ਅਜ਼ੀਜ਼ੋ ਰੱਬ ਸੋਹਣੇ ਦੀਆਂ ਸੋਹਣੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਲੈ ਕੇ ਤੁਹਾਡਾ ਆਪਣਾ ਪਾਜੀ ਸੈਮਸਨ ਜਾਵੇਦ, ਰਜਤ ਪੌਲ, ਐਮੈਨੂਅਲ ਤੁਹਾਡੀ ਖਿਦਮਤ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਾਡੇ ਸਾਰਿਆਂ ਨੂੰ ਪਿਆਰ ਭਰਾ ਸਲਾਮ ਕਬੂਲ ਕਰਨ। ਸਲਾਮ। ਮੇਰੇ ਅਜ਼ੀਜ਼ੋ, ਤੁਸੀਂ ਸ਼ਾਇਦ ਯਾਦ ਹੋਏ ਤੁਹਾਨੂੰ ਕਿ ਅਸੀਂ ਪਿਛਲੇ ਜਿਹੜੇ ਪ੍ਰੋਗਰਾਮ ਕੀਤੇ ਸਨ ਉਹ ਬੜੀ ਦੇਰ ਹੋ ਗਈ ਹੈ ਔਰ ਇਹ ਕੋਵਿਡ-19 ਦਾ ਜਿਹੜਾ ਸਿਲਸਿਲਾ ਹੈ ਉਹ ਚੱਲ ਪਿਆ। ਤੇ ਉਸ ਤੋਂ ਪਹਿਲਾਂ ਅਸੀਂ ਜਿਹੜੇ ਪ੍ਰੋਗਰਾਮ ਕੀਤੇ ਉਹਦੇ 'ਚ ਅਸੀਂ ਰਿਸ਼ਤਿਆਂ ਦੀ ਗੱਲ ਕੀਤੀ ਸੀ ਔਰ ਮੈਂ ਅੱਜ ਖੁਦਾ ਦਾ ਸ਼ੁਕਰ ਅਦਾ ਕਰਨਾ ਕਿ ਅਸੀਂ ਫਿਰ ਇੱਕ ਵਾਰੀ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਜਦੋਂ ਅਸੀਂ ਉਹ ਰਿਸ਼ਤਿਆਂ ਦੀ ਗੱਲ ਕਰ ਰਹੇ ਸਾਂ ਤੇ ਮੀਆਂ ਤੇ ਬੀਵੀ ਦਾ ਰਿਸ਼ਤਾ ਜਿਹੜਾ ਉਹਦੇ 'ਤੇ ਅਸੀਂ ਬੜੀ ਤਫਸੀਲ ਨਾਲ ਗੱਲ ਕੀਤੀ ਔਰ ਅੱਗੇ ਹੋਰ ਵੀ ਰਿਸ਼ਤੇ ਸਨ ਜਿਨ੍ਹਾਂ 'ਤੇ ਅਸੀਂ ਗੱਲ ਕਰਨੀ ਸੀ, ਲੇਕਿਨ ਕਿਉਂਕਿ ਹਾਲਾਤ ਫਰਕ ਹੋ ਗਏ ਨੇ ਸ਼ਾਇਦ ਇਹ ਰਿਸ਼ਤਿਆਂ 'ਤੇ ਫਿਰ ਅਸੀਂ ਗੱਲ ਕਰੀਏ। ਲੇਕਿਨ ਹੁਣ ਅਸੀਂ ਉਹ ਟਾਪਿਕ ਲੈ ਕੇ ਆਏ ਹਾਂ ਜਿਹੜਾ ਇਹ ਜਿਹੜੀ ਸੂਰਤ ਹਾਲ ਜਾਰੀ ਹੈ, ਜਿਹੜੀ ਮਹਾਮਾਰੀ ਜਾਰੀ ਹੈ, ਇਹਦੇ ਬਾਰੇ 'ਚ ਅਸੀਂ ਖੁਦਾ ਦੇ ਕਲਾਮ 'ਚੋਂ ਸਿੱਖਾਂਗੇ। ਤੇ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਜਦੋਂ ਅਸੀਂ ਇਹੋ ਜਿਹੀ ਸੂਰਤ ਹਾਲ 'ਚ ਗੁਜ਼ਰਨੇ ਹਾਂ ਤੇ ਹੋਰ ਬੜੀਆਂ ਰਾਵਾਂ ਨੇ ਲੋਕੀ ਦੱਸਦੇ ਕਿ ਕਾਵਾ ਪੀਓ, ਤੁਸੀਂ ਇਹ ਕਰੋ, ਉਹ ਖਾਓ ਤੇ ਤੁਸੀਂ ਬਚ ਸਕਦੇ ਹੋ। ਲੇਕਿਨ ਸਾਡਾ ਇਮਾਨਦਾਰ ਹੁੰਦਿਆਂ ਸਾਡਾ ਇਮਾਨ ਇਹ ਵੇ ਕਿ ਸਾਡਾ ਖੁਦਾਵੰਦ ਸਾਡਾ ਸਭ ਤੋਂ ਵੱਡਾ ਮੁਹਾਫਿਜ਼ ਹੈ। ਔਰ ਅੱਜ ਵੀ ਅਸੀਂ ਇਸ ਟਾਪਿਕ 'ਤੇ ਗੱਲਬਾਤ ਕਰਾਂਗੇ ਔਰ ਖੁਦਾ ਦੇ ਕਲਾਮ 'ਚੋਂ ਸਿੱਖਾਂਗੇ ਕਿਸ ਤਰ੍ਹਾਂ ਅਸੀਂ ਜਦੋਂ ਇਹੋ ਜਿਹੀ ਸੂਰਤ ਹਾਲ 'ਚ ਜਾ ਰਹੇ ਹਾਂ। ਬੜੇ ਲੋਕੀ ਪਰੇਸ਼ਾਨ ਨੇ, ਬਹੁਤ ਲੋਕੀ ਕਿਉਂ ਕਹਿੰਦੇ ਨੇ ਕਿ ਡਿਪਰੈਸ਼ਨ 'ਚੋਂ ਜਾ ਰਹੇ ਨੇ, ਬਹੁਤ ਲੋਕੀ ਜਿਹੜੇ ਨੇ ਉਹ ਅੱਜ ਡਰੇ ਬੈਠੇ ਨੇ ਕਿ ਕੀ ਹੋਏਗਾ। ਲੇਕਿਨ ਖੁਦਾਵੰਦ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਨਜਾਤ ਜਿਹੜੀ ਹੈ ਜਾਂ ਜਿਹੜੀ ਮੁਕਤੀ ਹੈ ਜਾਂ ਜਿਹੜੀ ਰਿਹਾਈ ਹੈ ਉਹ ਸਿਰਫ ਔਰ ਸਿਰਫ ਖੁਦਾ ਵੱਲੋਂ ਹੈ। ਸੋ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਔਰ ਅੱਜ ਅਸੀਂ ਹਵਾਲਾ ਪੜ੍ਹਾਂਗੇ ਫਿਲਿੱਪੀਓ ਦਾ ਖਤ, ਉਹਦਾ 2 ਬਾਬ, ਉਹਦੀ 12ਵੀਂ ਆਇਤ ਤੋਂ ਲੈ ਕੇ 18ਵੀਂ ਆਇਤ ਤੱਕ। ਮੈਂ ਫਿਰ ਦੱਸਾਂਗਾ, ਫਿਲਿੱਪੀਓ ਦਾ ਖਤ ਪੌਲੁਸ ਨੇ ਲਿਖਿਆ, ਉਹਦਾ 2 ਬਾਬ, ਉਹਦੀ 12ਵੀਂ ਆਇਤ ਤੋਂ ਲੈ ਕੇ 18ਵੀਂ ਆਇਤ ਤੱਕ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਬ੍ਰਦਰ ਇਮੈਨੂਅਲ ਨੂੰ ਕਿ ਉਹ ਇਹ ਹਵਾਲਾ ਸਾਡੇ ਲਈ ਪੜ੍ਹਨ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹਾਂਗੇ ਸੰਤ ਪੌਲੁਸ ਰਸੂਲ ਦੀ ਪੱਤਰੀ ਫਿਲਿੱਪੀਆਂ ਨੂੰ, ਉਹਦਾ 2 ਬਾਬ 12 ਤੋਂ ਲੈ ਕੇ 18 ਤੱਕ। ਇਸ ਲਈ ਹੇ ਮੇਰੇ ਪਿਆਰਿਓ, ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ, ਨਿਰੇ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਪਰੋਖੇ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੇ ਮੁਕਤੀ ਦਾ ਕੰਮ ਨਿਭਾਓ, ਕਿਉਂ ਜੋ ਪਰਮੇਸ਼ਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸਾ ਤੇ ਅਮਲਾ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ। ਤੁਸੀਂ ਸਭ ਕੰਮ ਬੁੜ ਅਤੇ ਝਗੜੇ ਕਰਨ ਤੋਂ ਬਿਨਾਂ ਕਰੋ। ਭਾਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ਵਰ ਦੇ ਨਿਰਮਲ ਬਾਲਕ ਬਣੇ ਰਹੋ, ਜਿਨ੍ਹਾਂ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਗੂ ਦਿਸਦੇ ਹੋ ਅਤੇ ਜੀਵਨ ਦਾ ਬਚਨ ਪੇਸ਼ ਕਰਦੇ ਹੋ, ਤਾਂ ਜੋ ਮਸੀਹ ਦੇ ਦਿਨ ਮੈਨੂੰ ਅਪਮਾਨ ਕਰਨ ਦਾ ਥਾਂ ਹੋਵੇ। ਭਈ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਰਥ ਨਹੀਂ ਗਈ, ਪਰ ਭਾਵੇਂ ਮੈਂ ਤੁਹਾਡੀ ਨਿਸ਼ਚਾ ਦੇ ਬਲਿਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ, ਤਾਂ ਵੀ ਮੈਂ ਆਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ। ਇਸੇ ਤਰ੍ਹਾਂ ਤੁਸੀਂ ਵੀ ਆਨੰਦ ਕਰੋ ਅਤੇ ਮੈਨੂੰ ਵਧਾਈਆਂ ਦਿਓ। ਪਰਮੇਸ਼ਰ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਬਰਕਤ ਹੋਵੇ। ਆਮੀਨ ਆਮੀਨ ਆਮੀਨ। ਮੇਰੇ ਅਜ਼ੀਜ਼ੋ, ਅਸੀਂ ਬੜੀ ਹਵਾਲੇ ਨੂੰ ਅਸੀਂ ਸ਼ਾਇਦ ਗੌਰ ਨਾਲ ਸੁਣਿਆ ਤੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਨੇ ਕਿ ਜਿਹੜੀ ਨਜਾਤ ਹੈ ਜਾਂ ਜਿਹੜਾ ਮੁਕਤੀ ਦਾ ਅਮਲ ਹੈ ਜਾਂ ਜਿਹੜੀ ਸਲਵੇਸ਼ਨ ਨੇ ਉਹ ਖੁਦਾ ਵੱਲੋਂ ਹੈ। ਤੇ ਡਾਕਟਰ ਸਾਹਿਬ, ਤੁਸੀਂ ਜ਼ਰਾ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਜਦੋਂ ਇਹੋ ਜਿਹੀ ਸੂਰਤ ਹਾਲ ਜਾ ਰਹੀ ਹੈ ਉਹਦੇ 'ਚ ਕਿਸ ਤਰ੍ਹਾਂ ਅਸੀਂ ਇਹਦੇ ਤੋਂ ਕਿਹਨੂੰ ਕਹਿੰਦੇ ਨੇ ਕਿ ਮੁਕਤੀ ਜਾਂ ਛੁਟਕਾਰਾ ਪਾ ਸਕਦੇ ਹਾਂ। ਇਹਨੂੰ ਤੁਸੀਂ 2 ਹਵਾਲੇ ਨਾਲ ਦੱਸਣਾ ਹੈ ਤਫਸੀਲ ਨਾਲ ਕਿ ਦੁਨਿਆਵੀ ਤੌਰ 'ਤੇ ਕਿਸ ਤਰ੍ਹਾਂ ਅਸੀਂ ਇਹਦੇ ਕੋਲ ਬਚ ਸਕਦੇ ਹਾਂ ਔਰ ਕਿਸ ਤਰ੍ਹਾਂ ਖੁਦਾ ਸਾਡੀ ਮਦਦ ਕਰ ਸਕਦਾ ਹੈ ਇਹਦੇ ਤੋਂ ਛੁਟਕਾਰਾ ਪਾਉਣ ਲਈ। ਦੇਖੋ ਜੀ, ਦੁਨਿਆਵੀ ਤੌਰ ਤੇ ਆਪਾਂ ਜੇ ਧਿਆਨ ਨਾਲ ਸਮਝੀਏ ਪੂਰੀ ਗੱਲਬਾਤ ਨੂੰ ਕਿ ਸਾਲਵੇਸ਼ਨ ਜਿਹੜੀ ਹੈ ਸਾਡੀ ਉਹ ਦੁਨਿਆਵੀ ਤਰੀਕੇ, ਯਾਨੀ ਕਿ ਇਸ ਬਿਮਾਰੀ ਤੋਂ ਜੇ ਅਸੀਂ ਸਿਰਫ ਸੋਚੀਏ ਕਿ ਸਿਰਫ ਜੇ ਬਿਮਾਰੀ ਤੋਂ ਆਪਾਂ ਨਜਾਤ ਪਾਣੀ ਹੈ ਤੇ ਉਹ ਤੇ ਛੋਟੇ ਛੋਟੇ ਕਈ ਨੁਸਖੇ ਨੇ, ਦਵਾਈਆਂ ਨੇ,
ਹੁਣ ਤੇ ਸਾਰੀ ਜਿਹੜਾ ਦਰਮੋਦਾਰ ਹੈ ਉਹ ਬੈਠਾ ਹੋਇਆ ਹੈ ਕਿ ਵੈਕਸੀਨ ਆਏਗੀ ਤੇ ਫਿਰ ਸਾਰਾ ਜਿਹੜਾ ਹੋਏਗਾ। ਲੇਕਿਨ ਇਸ ਦੌਰਾਨ ਅਸੀਂ ਜਿਹੜੀ ਮੇਨ ਗੱਲ ਇੰਨਾ ਸਾਰੇ ਟਾਈਮ ਦੇ ਵਿੱਚ ਅਸੀਂ ਇਹ ਵੀ ਸਿੱਖੀ ਹੈ ਕਿ ਜਿਹੜੀ ਸਾਡੀ ਸਾਲਵੇਸ਼ਨ ਹੈ, ਮੌਤ ਤੋਂ ਬਾਅਦ ਕੀ ਹੋਣਾ ਹੈ, ਉਹਦੇ ਬਾਰੇ ਸਾਨੂੰ ਕੌਣ ਦੇਗਾ। ਉਹ ਸਾਡੀ ਜਿਹੜੀ ਹੈ ਆਗਿਆ ਜਿਹਨੂੰ ਕਹੇਗੇ ਇਹ ਤੇ ਹੁਣ ਦੇਖੋ ਕਿੰਨੇ ਅੱਛੇ ਤਰੀਕੇ ਨਾਲ ਦੱਸਿਆ ਗਿਆ कि इसलिए हे मेरे प्यारों, पहली 12th वर्स ही, जिस प्रकार तुम सदा से आज्ञा मानते हो वैसे ही अब भी ना केवल मेरे साथ रहते हुए पर विशेष करके अब मेरे दूर रहने पर भी डरते और कांपते हुए अपने अपने उद्धार का कार्य पूरा करते जाओ। सही, डरते हुए और कांपते हुए अपना कार्य पूरा करते जाओ। तो साडा कार्य जिहड़ा है वो असी विस्तार च भी जानते हैं और अदरवाइज कई बारी गल की है कि साडा एज ए क्रिश्चन, साडा एज ए ईसाई साडा की कार्य है। साडा की कार्य है कि असी जिन्ना हो सके इस बाइबल नू अपने भैन भरावां नू दसीए, जिहड़े नहीं मनदे उन्हां नू दसीए कि ये जिहड़ा खुदा दा जिहड़ा कलाम है वो सारा जो सिस्टम है वो जीसस ते है। जीसस इज़ दी ओनली वे एंड वी हैव टू बिलीव इन हिम। सही, थैंक यू जी, थैंक यू। ब्रदर जी मैं ਤੁਹਾਡੇ ਕੋਲ ਲਵਾਂਗਾ ਔਰ ਅਸੀਂ ਜਿਹੜੀ 12ਵੀਂ ਆਇਤ ਪੜ੍ਹੀ ਹੈ ਉਹਦੇ ਵਿੱਚ ਲਿਖਿਆ ਕਿ ਉਹ ਕਹਿੰਦਾ ਕਿ ਜਿਸ ਤਰ੍ਹਾਂ ਤੁਸੀਂ ਮੇਰੀ ਹਾਜ਼ਰੀ 'ਚ ਯਾਨੀ ਜਦੋਂ ਮੈਂ ਇੱਥੇ ਸਾਂ ਤਾਂ ਉਦੋਂ ਵੀ ਡਰਦੇ ਸੋ ਜਾਂ ਕਿਹਨੂੰ ਕਹਿੰਦੇ ਨੇ ਕਿ ਜਿਹੜੇ ਅੱਛੇ ਕੰਮ ਨੇ ਉਹ ਕਰਦੇ ਸੋ, ਨਿਜਾਤ ਦੇ ਕੰਮ ਕਰਦੇ ਸੋ, ਲੇਕਿਨ ਮੈਂ ਬਹੁਤ ਖੁਸ਼ ਹੋਵਾਂਗਾ ਕਿ ਅਗਰ ਮੈਂ ਹਾਜ਼ਰ ਨਹੀਂ ਆ ਤੇ ਫਿਰ ਤੁਸੀਂ ਉਹਦੇ ਤੋਂ ਵੀ ਜ਼ਿਆਦਾ ਅੱਛੇ ਤਰੀਕੇ ਨਾਲ ਇਹ ਕੰਮ ਕਰਦੇ ਜਾਓ। ਲੇਕਿਨ ਅਸੀਂ ਜਿਹੜੇ ਸੁਸਾਇਟੀ 'ਚੋਂ ਆਏ ਆ ਉੱਥੇ ਅਸੀਂ ਕਿਹਨੂੰ ਕਹਿੰਦੇ ਨੇ ਕਾਨੂੰਨ ਵੀ ਸਾਡੇ ਲਈ ਉਹ ਵੇ ਜਿਹੜਾ ਅਸੀਂ ਵੇਖਦੇ ਹਾਂ ਕਿਸੇ ਨੂੰ ਤੇ ਫਿਰ ਅਸੀਂ ਡਰਦੇ ਹਾਂ। ਮਸਲੇ ਮੈਂ ਮਿਸਾਲ ਦਿਆਂਗਾ ਕਿ ਪੁਲਿਸ ਵਾਲਾ ਅਗਰ ਖਲੋਤਾ ਹੈ ਤੇ ਫਿਰ ਅਸੀਂ ਸ਼ਾਇਦ ਬੱਤੀ ਲਾਲ ਤੇ ਰੋਕ ਲਈਏ, ਲੇਕਿਨ ਅਗਰ ਨਹੀਂ ਖਲੋਤਾ ਤੇ ਅਸੀਂ ਇੱਧਰ ਉੱਧਰ ਵੇਖ ਕੇ ਅਸੀਂ ਕਹਿੰਦੇ ਦੌੜਾ ਦਿਓ। ਨਹੀਂ, ਮੇਰੇ ਖਿਆਲ ਨਾਲ ਉਹ ਬੱਤੀ ਦਾ ਤੇ ਪਤਾ ਨਹੀਂ ਪਰ ਸਪੀਡ ਜ਼ਰੂਰ ਘਟ ਜਾਂਦੀ ਹੈ। ਹਾਂਜੀ, ਠੀਕ ਹੈ। ਸੋ ਜਦੋਂ ਪੌਲੁਸ ਰਸੂਲ ਕਹਿੰਦਾ ਕਿ ਜਦੋਂ ਮੈਂ ਹਾਜ਼ਰ ਹਾਂ ਉਦੋਂ ਤੇ ਤੁਸੀਂ ਇਹ ਕੰਮ ਕਰਦੇ ਹੋ ਚੰਗੇ ਕੰਮ, ਲੇਕਿਨ ਜਦੋਂ ਮੈਂ ਹਾਜ਼ਰ ਨਹੀਂ ਆ ਤੇ ਉਦੋਂ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ। ਤੇ ਜ਼ਰਾ ਇਹਦੇ ਤੇ ਰੋਸ਼ਨੀ ਪਾਓ ਕਿ ਉਹ ਕੀ ਕਹਿਣਾ ਕੀ ਚਾਹ ਰਿਹਾ ਅਸਲ ਦੇ ਵਿੱਚ। ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਕਿ ਇਹ 12ਵੀਂ ਆਇਤ ਦੇ ਵਿੱਚ ਜੋ ਲਿਖਿਆ ਗਿਆ ਹੈ ਕਿ ਤੁਸੀਂ ਡਰਦੇ ਤੇ ਕੰਬਦੇ ਹੋਏ ਆਪਣੇ ਮੁਕਤੀ ਦੇ ਕੰਮ ਨਿਭਾਓ। ਇਹ ਨਹੀਂ ਕਿ ਜਦੋਂ ਕੋਈ ਤੁਹਾਡੇ ਨਾਲ ਜਿਹਨੇ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ ਹੈ ਜਾਂ ਉਹਦੇ ਹੀ ਸਾਹਮਣੇ ਤੁਸੀਂ ਦੁਆ ਕਰਨੀ ਆ ਜਾਂ ਬਾਈਬਲ ਪੜ੍ਹਨੀ ਹੈ, ਉਹ ਨਹੀਂ, ਉਹਦੇ ਤੋਂ ਇਲਾਵਾ ਜਦੋਂ ਉਹ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਨਹੀਂ ਹੈ ਤੇ ਤੁਹਾਨੂੰ ਉਸੇ ਹੀ ਪਿਆਰ ਦੇ ਨਾਲ, ਉਸੇ ਹੀ ਨਿਸ਼ਚਾ ਦੇ ਨਾਲ ਤੁਹਾਨੂੰ ਜਿਹੜਾ ਹੈ ਪਰਮੇਸ਼ਵਰ ਦੇ ਕੋਲ ਦੇ ਡਰਦੇ ਹੋਏ ਤੇ ਕੰਬਦੇ ਹੋਏ ਤੁਸੀਂ ਉਹਦੇ ਰਾਹ ਦੇ ਉੱਤੇ ਚੱਲਣਾ। ਸਹੀ। ਕਰੰਥੀਆਂ ਦੀ ਕਲੀਸਿਆ ਨੂੰ ਪੌਲ ਨੇ ਲਿਖਿਆ ਹੈ, ਪਹਿਲਾ ਕਰੰਥੀਆਂ ਉਹਦਾ 9 ਬਾਬ ਉਹਦੀ 27 ਆਇਤ ਦੇ ਵਿੱਚ ਲਿਖਿਆ, ਸਗੋਂ ਆਪਣੇ ਸਰੀਰਾਂ ਨੂੰ ਮਾਰਦਾ ਕੁੱਟਦਾ ਅਤੇ ਉਹਨੂੰ ਆਪਣੇ ਵਸ ਵਿੱਚ ਲਿਆਉਂਦਾ ਹਾਂ ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਸਹੀ। ਕਹਿਣ ਦਾ ਉਹ ਹੀ ਹੈ ਕਿ ਮੈਂ ਦੂਸਰਿਆਂ ਨੂੰ ਤੇ ਦੱਸਾਂ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹ ਮੁਕਤੀ ਦਾਤਾ ਹੈ। ਜੋ ਵਚਨ ਦੇ ਵਿੱਚ ਲਿਖਿਆ ਹੈ ਇਹਦੇ ਉੱਤੇ ਚੱਲਣਾ ਜਿਹੜਾ ਹੈ ਇਹ ਮੁਕਤੀ ਦੇ ਰਾਹ ਨੂੰ ਜਿਹੜਾ ਹੈ ਉਹ ਦਰਸਾਉਂਦਾ ਹੈ, ਪਰ ਉਹ ਦੱਸਣ ਵਾਲਾ ਨਹੀਂ ਪਰ ਉਹਦੇ ਉੱਤੇ ਅਮਲ ਕਰਨ ਵਾਲਾ ਵੀ ਹੋਵੇ। ਸਹੀ। ਫਿਰ ਸੰਤ ਪੌਲੁਸ ਜਿਹੜਾ ਹੈ 10 ਅਧਿਆਏ ਦੇ ਵਿੱਚ, ਇਸੇ ਦੇ ਵਿੱਚ ਪਹਿਲਾ ਕਰੰਥੀਆਂ ਉਹਦੇ 10 ਬਾਬ ਦੇ ਵਿੱਚ ਉਹਦੀ 12 ਤੇ 14 ਆਇਤ ਵਿੱਚ ਉਹ ਬੜੀ ਹੋਰ ਸਫਾਈ ਦੇ ਨਾਲ ਦੱਸਦਾ ਹੈ ਜੀ। ਕਹਿੰਦਾ ਗੱਲ ਕਾਹਦੀ, ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਕਿਤੇ ਡਿੱਗ ਨਾ ਪਵੇ। ਜਿੱਦਾਂ ਫਕਰ ਨਾ ਕਰੇ, ਪ੍ਰਾਈਡ ਨਾ ਆ ਜਾਏ ਉਹਦੇ ਵਿੱਚ ਕਿ ਮੈਂ ਤੇ ਬੜੀ ਮੁਕਤੀ ਪਾ ਲਈ ਆ, ਮੈਂ ਬੜੀ ਸ਼ੈ ਬਣ ਗਿਆ, ਮੇਰੇ ਦੁਆ ਕਰਨ ਦੇ ਨਾਲ ਬਦਰੂਹਾਂ ਨਿਕਲਣਦੀਆਂ, ਮੇਰੇ ਦੁਆ ਕਰਨ ਦੇ ਨਾਲ ਜਿਹੜੇ ਆ ਬਿਮਾਰ ਚੰਗੇ ਹੋ ਰਹੇ ਨੇ, ਮੇਰੀ ਦੁਆ ਕਰਨ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤੋਬਾ ਕਰ ਰਹੇ ਨੇ, ਪਰ ਆਪ ਜੇ ਡਿੱਗ ਗਿਆ ਤੇ ਫਿਰ ਉਹਦੇ ਲਈ ਜਿਹੜਾ ਹੈ ਉਹ ਮੁਸ਼ਕਲ ਹੋ ਜਾਏਗਾ। ਸਹੀ ਸਹੀ। ਬਹੁਤ ਸ਼ੁਕਰੀਆ ਜੀ ਬ੍ਰਦਰ ਜੀ, ਤੁਸੀਂ ਬੜੀ ਤਫਸੀਲ ਨਾਲ ਗੱਲ ਕੀਤੀ ਹੈ। ਮੈਂ ਡਾਕਟਰ ਸਾਹਿਬ ਤੁਹਾਡੇ ਵੱਲ ਫੇਰ ਆਵਾਂਗਾ ਕਿ ਅਸੀਂ ਯਾਨੀ ਇਹ ਜਿਹੜਾ ਹਵਾਲਾ ਇਹਦੇ 'ਚ ਵੇਖਦੇ ਹਾਂ ਕਿ ਜਿਹੜਾ ਖੁਦਾ ਹੈ ਸਾਡਾ ਉਹ ਮੁਕਤੀ ਜਾਂ ਨਿਜਾਤ ਦੇਣ ਵਾਲਾ ਔਰ ਇਹ ਉਹਦੇ ਤੋਂ ਵੀ ਅਸੀਂ ਡਿਪੈਂਡ ਉਹਦੇ 'ਤੇ ਕਰਨੇ ਆ। ਲੇਕਿਨ ਅਸੀਂ ਜਦੋਂ ਗੌਰ ਨਾਲ ਇਹ ਵਾਲੀ 12ਵੀਂ ਆਇਤ ਫੇਰ ਪੜ੍ਹੀਏ ਤੇ ਇਹਦੇ 'ਚ ਸਾਨੂੰ ਵੀ ਕਿਹਾ ਗਿਆ ਕਿ
ਕੀ ਕਰੀ ਜਾਓ, ਐਂਡ ਜਿਹੜਾ ਇਹਦੀ ਆਇਤ ਦਾ, ਆਪਣੀ ਨਜਾਤ ਦਾ ਕੰਮ ਕੀਏ ਜਾਓ, ਕਿ ਅਸੀਂ ਵੀ ਕੁਝ ਕਰਨਾ ਹੈ ਅਸਲ 'ਚ। ਤੇ ਇਹਦੇ ਬਾਰੇ ਦੱਸੋ ਕਿ ਤੁਸੀਂ ਕੀ ਸਮਝਦੇ ਹੋ? ਅਸੀਂ ਦੋ ਕੰਮ ਕਰਨੇ ਆ ਜੀ। ਇੱਕ ਪਹਿਲਾ ਤੇ ਦੇਖੋ ਜੀ, पहली इसलिए हे मेरे प्यारे जिस प्रकार तुम सदा से आज्ञा मानते आए हो, पहली गल तो ये है सही कि वी हैव टू ओबे, ओबे, ठीक है, साडे फरमाबरदारी लिखा है। बिल्कुल पहली गल है ओबे करना। पंजाबी च की लिखा जी? ਆਗਿਆਕਾਰੀ। आज्ञाकारी। पहला काम तो ये है कि आज्ञाकारी बनना पएगा, जो सानू दसिया गया है वो मनना पएगा, सही, ठीक है, और विश्वास के नाल, पहली गल। फिर दूसरी गल जिहड़ी है वो जिहड़ी तुसीं एंड च कही है कि असी काम भी करना है, आज्ञाकारी रहना है ते नाल फिर उहदे नाल असी काम करना है। काम किहड़ा करना है? उधार कर काम, मतलब कि काम जिहड़े कि असी उधार का कार्य पूरा करते जाओ। उधार नूं की पंजाबी च की लिखिਆ? ਮੁਕਤੀ ਦਾ ਕੰਮ। मुक्ति ਦਾ ਕੰਮ ਜਿਹੜਾ ਹੈ ਉਹ ਤੁਸੀਂ ਜਾਂ ਤੁਹਾਡੇ ਕੀ ਲਿਖਿਆ ਹੋਏਗਾ? अपनी salvation, निजात का काम अपनी निजात का काम किए जाओ, किए जाओ। अपनी निजात का काम, आज्ञाकारी ਉਹ ਵੀ ਸਾਡਾ, ਆਪਣੀ ਨਿਜਾਤ ਦਾ ਕੰਮ ਉਹ ਵੀ ਸਾਡਾ। ਇਹ ਦੋਵੇਂ ਕੰਮ ਸਾਨੂੰ ਦਿੱਤੇ ਗਏ ਆ ਕਰਨ ਵਾਸਤੇ। अच्छा जी, ਦੇਖਿਏ ਜੀ, ਦੋ ਚੀਜ਼ਾਂ ਕਹੀਆਂ ਨੇ, ਇੱਕ ਹੀ ਨਹੀਂ ਕਹੀ ਕਿ ਆਪਣਾ ਕੰਮ ਵੀ ਅਸੀਂ ਕਰਨਾ, ਨਾਲ ਦੇ ਨਾਲ ਅਸੀਂ ਆਗਿਆਕਾਰੀ ਵੀ ਬਣਨਾ ਹੈ। सही, ਇਹ ਦੋ, these two are from us, not from God। ਇਹ ਸਾਡਾ ਕੰਮ ਹੈ ਕਰਨਾ, सही, ਠੀਕ ਹੈ। थैंक यू जी, थैंक यू। हाँ जी ब्रदर जी, मैं फिर ਤੁਹਾਡੇ ਵੱਲ ਆਵਾਂਗਾ ਕਿ ਕਈ ਲੋਕ ਨੇ ਉਹ ਸਮਝਦੇ ਨੇ ਕਿ ਮੈਨੂੰ ਨਿਜਾਤ ਮਿਲ ਗਈ, ਹੁਣ ਹੱਥ ਧੋ ਕੇ ਤੇ ਆਪਣਾ ਪਾਸੇ ਬਹਿ ਜਾਈਏ। ਲੇਕਿਨ ਮੈਂ ਜਿਹੜੀ ਗੱਲ ਇੱਥੋਂ ਸਮਝਣਾ ਕਿ ਇਹ ਜਿਹੜਾ ਨਿਜਾਤ ਦਾ ਕੰਮ ਹੈ ਇਹ ਖਤਮ ਨਹੀਂ ਹੋ ਜਾਂਦਾ, ਯਾਨੀ ਤੁਸੀਂ ਇੱਕ ਵਾਰੀ ਉਹਨੂੰ ਕਬੂਲ ਕਰ ਲਿਆ। ਤੇ ਇਹਦੇ ਬਾਰੇ ਦੱਸੋ ਕਿ ਇਹ ਕਿਸ ਤਰ੍ਹਾਂ ਅਸੀਂ ਰੋਜ਼ ਬਰੋਜ਼ ਨਿਜਾਤ ਵਿੱਚ ਅੱਗੇ ਵੱਧਦੇ ਜਾਂਦੇ ਹਾਂ। ਉਹ ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਸੰਤ ਪਲੂਸ ਗ੍ਰੰਥੀਆਂ ਦੀ ਕਲੀਸਿਆ ਨੂੰ ਬੜੀ ਸਫਾਈ ਦੇ ਨਾਲ ਲਿਖ ਰਿਹਾ ਹੈਗਾ। ਉਹਦੇ 10 ਬਾਬ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਹਵਾਲੇ ਪੜਾਂਗਾ, ਤੇ 12, 13 ਤੇ 14 ਆਇਤ ਨੂੰ। 12 ਮੈਂ ਪੜ੍ਹ ਦਿੱਤੀ ਆਲਰੇਡੀ ਪਹਿਲਾਂ। ਗੱਲ ਕਾਦੀ, ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ, ਸੋ ਸੁਚੇਤ ਰਹੇ ਕਿਤੇ ਡਿੱਗ ਨਾ ਪਵੇ। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਜੋ ਮਨੁੱਖ ਤੋਂ ਨਹੀਂ ਚੱਲਿਆ ਜਾਂਦਾ, ਪਰੰਤੂ ਪਰਮੇਸ਼ਰ ਵਫਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ ਕਿ ਭਈ ਤੁਸੀਂ ਚੱਲ ਸਕੋ। ਇਸ ਕਰਕੇ ਮੇਰੇ ਪਿਆਰਿਓ ਤੁਸੀਂ ਮੂਰਤੀ ਪੂਜਾ ਤੋਂ ਭੱਜੋ। ਜਿਸ ਤਰ੍ਹਾਂ ਪਾਸਟਰ ਸਾਹਿਬ ਤੁਸੀਂ ਤੇ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਕਿ ਡਾਕਟਰ ਸਾਹਿਬ ਨੇ ਦੱਸਿਆ ਦੋ ਚੀਜ਼ਾਂ, ਇੱਕ ਆਗਿਆਕਾਰੀ ਫਰਮਾਬਰਦਾਰੀ ਤੇ ਦੂਸਰਾ ਉਹਦੇ ਉੱਤੇ ਚੱਲਣਾ। ਸਹੀ, ਮੁਕਤੀ ਦੇ ਕੰਮ ਜਿਹੜੇ ਨੇ ਉਹ ਕਰਦੇ ਰਹਿਣਾ, ਮੁਕਤੀ ਦੇ ਕੰਮ ਦੇ ਉੱਤੇ ਚੱਲਣਾ। ਜਦੋਂ ਅਸੀਂ ਇਹਦੇ ਉੱਤੇ ਚੱਲਾਂਗੇ ਤੇ ਪਰਮੇਸ਼ਰ ਵਫਾਦਾਰ ਹੈ। ਪਰਮੇਸ਼ਰ ਕਹਿੰਦਾ ਕਿ ਠੀਕ ਹੈ, ਕਸ਼ਟ ਤੁਹਾਡੇ ਜੀਵਨ ਦੇ ਵਿੱਚ ਆਉਣਗੇ, ਇਹ ਨਹੀਂ ਕਿ ਤੁਸੀਂ ਮਸੀਹ ਨੂੰ ਕਬੂਲ ਕਰ ਲਿਆ ਤੇ ਕਸ਼ਟ ਨਹੀਂ ਆਉਣੇ, ਜਾਂ ਬਿਮਾਰੀਆਂ ਨਹੀਂ ਆਉਣੀਆਂ, ਜ਼ਿਆਦਾ ਹੁੰਦੇ ਨੇ, ਜਾਂ ਬਿਮਾਰੀਆਂ ਨਹੀਂ ਆਉਣੀਆਂ, ਜਾਂ ਕਸ਼ਟ ਨਹੀਂ ਆਉਣੇ, ਦੁੱਖ ਨਹੀਂ ਆਉਣੇ, ਇਹ ਸਾਰਾ ਕੁਝ ਆਉਣਾ ਹੀ ਹੈ। ਪਰ ਜਦੋਂ ਤੁਸੀਂ ਵਫਾਦਾਰੀ ਦੇ ਨਾਲ ਉਸ ਪਰਮੇਸ਼ਰ ਦੇ ਵਿੱਚ ਬਣੇ ਰਹੋਗੇ, ਉਹਦੇ ਵਚਨ ਦੇ ਵਿੱਚ ਬਣੇ ਰਹੋਗੇ, ਪਰਮੇਸ਼ਰ ਐਡਾ ਵਫਾਦਾਰ ਹੈ ਕਿ ਉਹ ਤੁਹਾਨੂੰ ਛੱਡੇਗਾ ਨਹੀਂ। ਉਹ ਕੋਈ ਨਾ ਕੋਈ ਉਪਾਅ ਹੀ ਤੁਹਾਡੇ ਲਈ ਕੱਢੇਗਾ ਤੇ ਉਹ ਤੁਹਾਨੂੰ ਉਸ ਚੀਜ਼ ਤੋਂ ਬਾਹਰ ਲੈ ਆਏਗਾ। ਸਹੀ, ਜਿਸ ਤਰ੍ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਕੋਵਿਡ-19 ਦੇ ਵਿੱਚੋਂ ਗੁਜ਼ਰ ਰਹੇ ਹਾਂ, ਤੇ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਨਾ ਮੈਂ ਤੈਨੂੰ ਛੱਡਾਂਗਾ ਤੇ ਨਾ ਮੈਂ ਤੈਨੂੰ ਤਿਆਗਾਂਗਾ। ਸਹੀ, ਤੇ ਜੋ ਕੁਝ ਸਾਨੂੰ ਆਗਿਆ ਮਿਲਦੀ ਹੈ ਕਿ ਅਸੀਂ ਪ੍ਰਾਰਥਨਾ ਕਰਨੀ ਹੈ ਤੇ ਕਰਨੀ ਹੈ, ਅਸੀਂ ਰੋਜ਼ਾ ਰੱਖਣਾ ਤੇ ਰੱਖਣਾ ਹੈ, ਅਸੀਂ ਬਾਈਬਲ ਪੜ੍ਹਨੀ ਹੈ ਤੇ ਪੜ੍ਹਨੀ ਹੈ, ਇਹਦੇ ਉੱਤੇ ਚੱਲਣਾ। ਜੋ ਇਹਦੇ ਤੇ ਲਿਖਿਆ ਹੈ ਕਿ ਜੇ ਕੋਈ ਦੁੱਖ ਦੇ ਵਿੱਚ ਆ ਤੇ ਤੂੰ ਜਾ ਉਹਦੇ ਕੋਲ, ਕੋਈ ਬਿਮਾਰ ਹੈ ਤੇ ਉਹਦੀ ਖਬਰ ਲਈ ਜਾ, ਤੂੰ ਉਹਦਾ ਦੁੱਖ ਸੁੱਖ ਦੇ ਵਿੱਚ ਸਾਂਝੀ ਹੋ, ਇਹ ਸਾਨੂੰ ਕਰਨਾ ਹੈ। ਬਿਲਕੁਲ ਠੀਕ। ਤੇ ਫਿਰ ਅਸੀਂ ਜਿਹੜਾ ਹੈ ਇਸ ਆਪਣੇ ਮੁਕਤੀ ਦੇ ਕੰਮ ਦੇ ਵਿੱਚ ਅੱਗੇ ਵੱਧਦੇ ਜਾਵਾਂਗੇ। ਹਾਂਜੀ, ਮੈਂ ਜੋ ਸਮਝਦਾ ਇਸ ਗੱਲ ਨੂੰ ਕਿ ਜਿਹੜੇ ਲੋਕੀ ਹੱਥ ਧੋ ਕੇ ਬਹਿ ਜਾਂਦੇ ਨੇ ਕਿ ਜੀ ਮੈਂ ਨਿਜਾਤ ਪਾ ਲਈ ਹੈ ਤੇ ਹੁਣ ਮੈਨੂੰ ਕੁਝ ਵੀ ਨਹੀਂ ਕਰਨਾ ਪੈਣਾ, ਮੈਂ ਸਮਝਦਾ ਕਿ ਜਦੋਂ ਅਸੀਂ ਉਹਨੂੰ ਕਬੂਲ ਕਰਨੇ ਆ ਤੇ ਇੱਕ ਨਵਾਂ ਚੈਪਟਰ ਸ਼ੁਰੂ ਹੁੰਦਾ ਹੈ। ਔਰ ਜਿਹੜਾ ਸ਼ਾਇਦ ਪਹਿਲੀ ਜ਼ਿੰਦਗੀ ਤੋਂ ਸਾਡੀ ਜ਼ਿਆਦਾ ਮੁਸ਼ਕਲ ਚੈਪਟਰ ਹੈ, ਜਿਹਦੇ 'ਚ ਕਿਹਨੂੰ ਕਹਿੰਦੇ ਨੇ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਸ਼ਾਇਦ ਅਸੀਂ ਪਹਿਲੋਂ ਨਹੀਂ ਸੀ ਕਰ ਸਕਦੇ, ਉਹ ਸਾਨੂੰ ਕਰਨੀਆਂ ਪੈਣੀਆਂ। ਕਿਉਂ ਡਾਕਟਰ ਸਾਹਿਬ, ਤੁਸੀਂ ਬਿਲਕੁਲ ਜੀ ਕਰਦੇ ਹੋ? ਹਾਂ ਬਿਲਕੁਲ। ਇੱਕ ਦੇਖੋ ਜੀ, ਜਿਹੜਾ ਪਾਪ ਅਸੀਂ ਕਰਦੇ ਆ ਨਾ, ਉਹ ਦੋ ਤਰ੍ਹਾਂ ਦਾ। ਇੱਕ ਹੁੰਦਾ ਪਾਪ ਕਿ ਜਿਹੜਾ ਅਸੀਂ ਕਰਨਾ
ਇੱਕ ਪਾਪ ਜਿਹੜਾ ਨਹੀਂ ਕਰਨਾ ਉਹ ਵੀ ਪਾਪ ਹੈ। ਹਾਂਜੀ ਸਾਰੀ ਗੱਲ ਠੀਕ ਹੈ ਨਾ, ਕਿ ਇੱਕ ਤੇ ਹੋ ਗਿਆ ਪਾਪ ਕਰਨਾ ਕਿ ਜੀ ਠੱਗੀ ਨਹੀਂ ਕਰਨੀ, ਚੋਰੀ ਨਹੀਂ ਕਰਨੀ, ਅਸੀਂ ਉਹ ਕਰਤੀ, ਠੀਕ ਹੈ, ਉਹ ਤੇ ਹੋ ਗਿਆ ਇੱਕ ਪਾਪ ਜਿਹੜਾ ਤੁਸੀਂ ਕਰਨਾ। ਇੱਕ ਹੋ ਗਿਆ ਪਾਪ ਜਿਹੜਾ ਤੁਸੀਂ ਕਰਨਾ ਨਹੀਂ, ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਜਦੋਂ ਨਹੀਂ ਕੀਤਾ ਤੇ ਉਹ ਵੀ ਪਾਪ ਹੋ ਗਿਆ। ਯਾਨੀ ਕਿ ਇੱਕ ਆਦਮੀ ਜਿਹੜਾ ਗਰੀਬ ਹੈ ਉਹਦੀ ਤੁਸੀਂ ਮਦਦ ਕਰ ਸਕਦੇ ਹੋ, ਤੁਸੀਂ ਉਸ ਪੋਜੀਸ਼ਨ 'ਚੋਂ ਤੁਸੀਂ ਮਦਦ ਕਰ ਸਕਦੇ ਹੋ, ਤੁਸੀਂ ਫਿਰ ਵੀ ਉਹਦੀ ਮਦਦ ਨਹੀਂ ਕਰਦੇ ਤੇ ਫਿਰ ਉਹ ਪਾਪ ਹੋ ਗਿਆ ਆਪਣੇ ਆਪ 'ਚ। ਬਿਲਕੁਲ ਸਹੀ, ਠੀਕ ਹੈ। ਤੇ ਇਹ ਇੱਕ ਹੋਰ ਜਿਹੜੀ ਗੱਲ ਹੈ, ਜਿਹੜੀ ਆਗਿਆ ਵਾਲੀ ਗੱਲ ਹੈ, ਦੇਖਿਆ ਜੀ ਆਗਿਆਕਾਰੀ ਹੋਣਾ, ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਕੋਵਿਡ ਦੇ ਹਿਸਾਬ ਨਾਲ। ਅਸੀਂ ਸਿਰਫ ਇਸੇ ਕਰਕੇ ਹੁਣ ਸਾਡੀ ਐਜ਼ ਅ ਕ੍ਰਿਸਚਨ ਸਾਡੀ ਦੇਖੋ ਰਿਸਪੌਂਸਿਬਿਲਿਟੀ ਕਿੰਨੀ ਵੱਧ ਗਈ। ਅਸੀਂ ਸਿਰਫ ਗਵਰਨਮੈਂਟ ਦੇ ਆਗਿਆਕਾਰੀ ਨਹੀਂ ਹੋਣਾ, ਅਸੀਂ ਖੁਦਾ ਦੇ ਆਗਿਆਕਾਰੀ ਵੀ ਹੋਣਾ। ਬਿਲਕੁਲ ਠੀਕ ਹੈ, ਦੋ ਜਗ੍ਹਾ ਆਗਿਆਕਾਰੀ ਕਰਨੀ ਹੈ। ਠੀਕ ਹੈ। ਤੇ ਉਹਦੇ 'ਚ ਹੁਣ ਇੱਕ ਹੋਰ ਵੀ ਬੜੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਅਸੀਂ ਦੁਨੀਆਦਾਰੀ ਦੀ ਆਗਿਆਕਾਰੀ ਕਰਨੀ ਹੈ ਕਿ ਗਵਰਨਮੈਂਟ ਨੇ ਕੀ ਕਿਹਾ ਉਹਨੂੰ ਮੰਨਣਾ। ਠੀਕ ਹੈ। ਤੇ ਜਿਹੜਾ ਅਸੀਂ ਆਪਣਾ ਖੁਦਾ ਨੇ ਸਾਨੂੰ ਕਿਹਾ ਉਹ ਵੀ ਕਰਨਾ, ਯਾਨੀ ਕਿ ਦੁਆ ਕਰਨੀ ਹੈ, ਲੇਕਿਨ ਅਸੀਂ ਕਿੱਦਾਂ ਦੁਆ ਕਰੀਏ? ਕਿਸੇ ਭਰਾ ਵਾਸਤੇ ਦੁਆ ਕਰਨੀ ਹੈ, ਹੁਣ ਕਿੱਦਾਂ ਕਰੀਏ? ਠੀਕ ਹੈ। ਅਸੀਂ ਉਹਨੂੰ ਮਿਲਣ ਨਹੀਂ ਜਾ ਸਕਦੇ ਤੇ ਕਿੱਦਾਂ ਕਰੀਏ? ਕੋਈ ਨਾ ਕੋਈ ਸਾਨੂੰ ਉਹਦਾ ਵਿੱਚ ਵਾਲਾ ਤਰੀਕਾ ਲੱਭਣਾ ਪਏਗਾ, ਤੇ ਕਿਉਂਕਿ ਅਸੀਂ ਦੋਨੋਂ ਕੰਮ ਕਰਨੇ। ਹਾਂਜੀ, ਸਕਾਈਪ ਬਹੁਤ ਸਾਰੀਆਂ ਚੀਜ਼ਾਂ ਨੇ। ਠੀਕ ਹੈ, ਜਿਹੜਾ ਕਿ ਬਹੁਤ ਹੋਇਆ ਲੋਕਾਂ ਨੇ ਬਹੁਤ ਆਈ ਥਿੰਕ ਲੋਟ ਆਫ ਜਿਹੜੇ ਮੀਡੀਆ ਹੈ ਉਹਨਾਂ ਨੇ ਸਾਨੂੰ ਹੈਲਪ ਵੀ ਕੀਤੀ ਹੈ, ਰਾਈਟ, ਲੋਟ ਹੈਲਪ ਕੀਤੀ ਹੈ। ਬਿਲਕੁਲ, ਥੈਂਕ ਯੂ ਵੈਰੀ ਮਚ ਜੀ। ਹਾਂਜੀ ਨਾਜ਼ਰੀਨ, ਹੁਣ ਤੱਕ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਇਹ ਨੇ ਕਿ ਯਾਨੀ ਜਿਹੜਾ ਨਜਾਤ ਦਾ ਕੰਮ ਇਹ ਖੁਦਾ ਵੱਲੋਂ ਹੈ ਔਰ ਉਹ ਸਾਡੀ ਨਜਾਤ ਦਾ ਇੰਤਜ਼ਾਮ ਕਰਦਾ, ਲੇਕਿਨ ਇਹਦੇ ਨਾਲ ਨਾਲ ਅਸੀਂ ਇਨਸਾਨ ਹੁੰਦਿਆਂ ਵੀ ਇਹਦੇ ਤੇ ਕੰਮ ਕਰਨਾ। ਔਰ ਇਹ ਬੜਾ ਜ਼ਰੂਰੀ ਹੈ ਕਿ ਸਿਰਫ ਖੁਦਾ ਤੇ ਗੱਲ ਛੱਡ ਕੇ ਨਹੀਂ ਅਸੀਂ ਬਹਿ ਜਾਣਾ, ਬਲਕਿ ਸਾਨੂੰ ਵੀ ਕੁਝ ਕਰਨ ਦੀ ਜ਼ਰੂਰਤ ਹੈ। ਔਰ ਉਹ ਸ਼ਾਇਦ ਬੜਾ ਮੁਸ਼ਕਿਲ ਹੋ ਸਕਦਾ ਸਾਡੇ ਲਈ, ਲੇਕਿਨ ਮੈਂ ਅੱਗੇ ਅਸੀਂ ਬੈਠੇ ਸਾਂ, ਗੱਲ ਕਰ ਰਹੇ ਸਾਂ ਕਿ ਜਦੋਂ ਤੱਕ ਖੁਦਾਵੰਦ ਸਾਡੇ ਨਾਲ ਹੈ ਅਸੀਂ ਇਹ ਕੰਮ ਕਰ ਸਕਦੇ ਹਾਂ। ਜਦੋਂ ਤੱਕ ਉਹ ਸਾਡੀ ਮਦਦ ਕਰਦਾ ਹੈ, ਜਦੋਂ ਉਹ ਸਾਡੇ ਅੰਦਰ ਹੈ, ਤੇ ਇਹ ਸਾਰਾ ਕੁਝ ਸਾਡੇ ਕੋਲ ਹੋ ਸਕਦਾ ਹੈ। ਸੋ ਇਸ ਵਿਚਾਰ ਦੇ ਨਾਲ ਅਸੀਂ ਹੁਣ ਬ੍ਰੇਕ ਦਾ ਟਾਈਮ ਹੋ ਗਿਆ, ਸੋ ਥੋੜੀ ਦੇਰ ਤੁਹਾਡੇ ਸਾਹਮਣੇ ਹਾਜ਼ਰ ਹੋਣਾ ਬ੍ਰੇਕ ਦੇ ਬਾਅਦ। ਥੈਂਕ ਯੂ। ਸੁਨਾ ਦੇ ਉਤੋਂ ਜਿੰਦ ਵਾਰ ਦੇਂਦੇ ਨੇ, ਜਿਹੜੇ ਯਸੂਨਾ ਦੇ ਉਤੋਂ ਜਿੰਦ ਵਾਰ ਦੇਂਦੇ ਨੇ, ਉਹ ਇਸ ਦੁਨੀਆ ਤੇ ਸਦਾ ਜ਼ਿੰਦਾ ਰਹਿੰਦੇ ਨੇ, ਜਿਹੜੇ ਯਸੂਨਾ ਦੇ ਉਤੋਂ। ਸੱਚੇ ਨਾਂ ਨੂੰ ਦਿਲੋਂ ਮੰਨ ਲੈਂਦੇ ਨੇ, ਉਹ ਇਸ ਦੁਨੀਆ ਤੇ ਸਦਾ ਜ਼ਿੰਦਾ ਰਹਿੰਦੇ ਨੇ, ਜਿਹੜੇ ਯਿਸੂ ਨਾਂ ਦੇ ਉੱਤੋਂ। ਔਖੇ ਪਿੰਡਾਂ ਦੇ ਵਿੱਚ ਲੱਖਾਂ ਨੇ ਹਨੇਰੀਆਂ, ਔਖੇ ਪਿੰਡਾਂ ਦੇ ਵਿੱਚ ਲੱਖਾਂ ਨੇ ਹਨੇਰੀਆਂ, ਰੂਹੇ ਪਾਕ ਸਭਨਾਂ ਨੂੰ
ਉਹਦੇ ਪਿਆਰ ਵਾਲੀ ਸੂਲੀ ਚੁੱਕ ਲੈਂਦੇ ਨੇ, ਜਿਹੜੇ ਉਹਦੇ ਪਿਆਰ ਵਾਲੀ ਸੂਲੀ ਚੁੱਕ ਲੈਂਦੇ ਨੇ, ਉਹ ਇਸ ਦੁਨੀਆ ਤੇ ਸਦਾ ਜ਼ਿੰਦਾ ਰਹਿੰਦੇ ਨੇ, ਜਿਹੜੇ ਯਿਸੂ ਨਾਂ ਦੇ ਉੱਤੋਂ। ਮੌਤ ਤੇ ਸ਼ੈਤਾਨ ਉੱਤੇ ਯਿਸੂ ਫਤਹ ਪਾਈਏ, ਮੌਤ ਤੇ ਸ਼ੈਤਾਨ ਉੱਤੇ ਯਿਸੂ ਫਤਹ ਪਾਈਏ, ਜੱਗ ਵਿੱਚ ਹਰ ਪਾਸੇ ਯਿਸੂ ਦੀ ਦੁਹਾਈ ਏ, ਜੱਗ ਵਿੱਚ ਹਰ ਪਾਸੇ ਯਿਸੂ ਦੀ ਦੁਹਾਈ ਏ, ਯਿਸੂ ਦੀ ਦੁਹਾਈ ਏ। ਆਪਣੇ ਬੇਗਾਨੇ ਸਾਰੇ ਇਹੋ ਗੱਲ ਕਹਿੰਦੇ ਨੇ, ਆਪਣੇ ਬੇਗਾਨੇ ਸਾਰੇ ਇਹੋ ਗੱਲ ਕਹਿੰਦੇ ਨੇ, ਉਹ ਇਸ ਦੁਨੀਆ ਤੇ ਸਦਾ ਜ਼ਿੰਦਾ ਰਹਿੰਦੇ ਨੇ, ਜਿਹੜੇ ਯਿਸੂ ਨਾਂ ਦੇ ਉੱਤੋਂ ਜਿੰਦ ਵਾਰ ਦਿੰਦੇ ਨੇ, ਉਹ ਇਸ ਦੁਨੀਆ ਤੇ ਸਦਾ ਜ਼ਿੰਦਾ ਰਹਿੰਦੇ ਨੇ, ਜਿਹੜੇ ਯਿਸੂ ਨਾਂ ਦੇ ਉੱਤੋਂ। ਨਾਜ਼ਰੀਨ, ਫਿਰ ਇੱਕ ਵਾਰੀ ਤੁਹਾਨੂੰ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ ਬ੍ਰੇਕ ਦੇ ਬਾਅਦ। ਔਰ ਅਸੀਂ ਗੱਲ ਕਰ ਰਹੇ ਸਾਂ ਕਿ ਨਜਾਤ ਦਾ ਕੰਮ ਜਿਹੜਾ ਉਹ ਖੁਦਾ ਔਰ ਸਾਡੀ ਦੋਵਾਂ ਦੀ ਕਿੰਨੇ ਜ਼ਿੰਮੇਵਾਰੀ ਹੈ, ਔਰ ਸਾਡੀ ਸ਼ਾਇਦ ਉਸ ਤੋਂ ਜ਼ਿਆਦਾ ਹੈ ਕਿ ਅਸੀਂ ਆਪਣੀ ਨਜਾਤ ਦੇ ਕੰਮ ਜਿਹੜੇ ਨੂੰ ਕਰਦੇ ਜਾਈਏ। ਡਾਕਟਰ ਸਾਹਿਬ, ਹੁਣ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ ਜਦੋਂ ਅਸੀਂ ਨਜਾਤ ਦੀ ਗੱਲ ਕਰਨੇ ਆ ਤੇ ਉਹਦੇ 'ਚ ਕੁਝ ਸਾਈਨਸ ਤੇ ਸਿੰਪਟਮਸ ਹੁੰਦੇ ਨੇ ਜਿਹੜੇ ਜ਼ਾਹਰ ਕਰਦੇ ਨੇ ਕਿ ਇਹ ਸ਼ਖਸ ਜਿਹੜਾ ਇਹ ਨਜਾਤ ਵੱਲ ਨੂੰ ਜਾ ਰਿਹਾ। ਠੀਕ ਹੈ, ਸੋ ਪਹਿਲਾ ਜਿਹੜਾ ਕਿਹਨੂੰ ਕਹਿੰਦੇ ਨੇ ਕਿ ਜ਼ਿਕਰ ਹੁੰਦਾ ਉਹ ਇਹ ਵੇ ਕਿ ਮੈਨੂੰ ਪਤਾ ਨਹੀਂ ਪੰਜਾਬੀ 'ਚ ਕੀ ਲਿਖਿਆ, ਲੇਕਿਨ ਦੋ ਲਫ਼ਜ਼ ਨੇ, ਇੱਕ ਨੀਅਤ ਤੇ ਇੱਕ ਅਮਲ। ਠੀਕ ਹੈ, ਇਹ ਬੜੇ ਜ਼ਰੂਰੀ ਨੇ ਕਿ ਯਾਨੀ ਜਦੋਂ ਅਸੀਂ ਨਜਾਤ ਹਾਸਲ ਕਰਨਾ ਚਾਹੁੰਦੇ ਹਾਂ, ਮੈਂ ਮਿਸਾਲ ਦਿਆਂਗਾ ਕਿ ਅਗਰ ਇੱਕ ਬੰਦਾ ਜਿਹੜਾ ਮੇਰੇ ਤਰ੍ਹਾਂ ਮੋਟਾ ਹੈ ਸ਼ਾਇਦ, ਉਹ ਫੈਸਲਾ ਕਰਦਾ ਹੈ ਕਿ ਮੈਂ ਕਿਹਨੂੰ ਕਹਿੰਦੇ ਨੇ ਕਿ ਵਜ਼ਨ ਘੱਟ ਕਰਨਾ ਹੈ, ਤਾਂ ਨੀਅਤ ਕਰਦਾ ਹੈ ਕਿ ਮੈਂ ਇਹ ਕੰਮ ਕਰਨਾ, ਔਰ ਉਸ ਤੋਂ ਬਾਅਦ ਉਹ ਇੱਕ ਕਿਹਨੂੰ ਕਹਿੰਦੇ ਨੇ ਕਿ ਰੂਟੀਨ ਬਣਾਉਂਦਾ ਕਿ ਮੈਂ ਸੁਬਾਹ ਦੌੜਾਂਗਾ, ਮੈਂ ਡਾਈਟ ਕੰਟਰੋਲ ਕਰਾਂਗਾ। ਔਰ ਜਦੋਂ ਤੱਕ ਇਹ ਦੋਵੇਂ ਨੀਅਤ ਪਹਿਲੀ ਗੱਲ ਸੋਚਿਓ ਤੇ ਜਦੋਂ ਤੱਕ ਉਹ ਅਮਲ ਨਹੀਂ ਕਰਦਾ, ਮੇਰਾ ਖਿਆਲ ਹੈ ਕਿ ਇਹ ਕੰਮ ਨਹੀਂ ਹੋ ਸਕਦਾ। ਕੀ ਖਿਆਲ ਤੁਹਾਡਾ ਇਹਦੇ ਬਾਰੇ 'ਚ? ਬਿਲਕੁਲ ਠੀਕ ਹੈ, ਤੁਸੀਂ ਫਿਜ਼ੀਕਲੀ ਦੱਸਿਆ, ਮੈਂ ਇਹਨੂੰ ਸਪਿਰਿਚੁਅਲ ਲੈਵਲ ਤੇ ਲੈ ਕੇ ਚੱਲਦੇ ਹਾਂ ਕਿ ਦੇਖੋ, ਜੇ ਮੈਂ ਅੱਜ ਡਿਸਾਈਡ ਕੀਤਾ, ਠੀਕ ਹੈ, ਕਿ ਮੈਂ ਹੁਣ ਆਪਣਾ ਜਿਹੜੀ ਬਾਈਬਲ ਸਟੱਡੀ ਹੈ ਉਹ ਰੋਜ਼ ਕਰਨੀ ਹੈ, ਠੀਕ ਹੈ, ਤੇ ਜੇ ਮੈਂ ਆਪਣੇ ਆਪ ਨੂੰ ਹੁਣ ਉਹ 'ਚ ਕੀ ਹੈ ਨਾ, ਜਦੋਂ ਫਿਜ਼ੀਕਲੀ ਤੁਸੀਂ ਆਪਣੇ ਆਪ ਨੂੰ ਡਿਸਪਲਿਨ ਕਰ ਰਹੇ ਹੋ ਟੂ ਲੂਜ਼ ਵੇਟ, ਠੀਕ ਹੈ, ਉਸੇ ਤਰ੍ਹਾਂ ਡਿਸਪਲਿਨ ਕਰਨਾ ਪੈਣਾ ਟੂ ਗੇਨ ਨੌਲੇਜ, ਸਪਿਰਿਚੁਅਲ ਨੌਲੇਜ ਜਿਹੜੀ ਹੈ, ਬਿਬਲੀਕਲ ਨੌਲੇਜ ਜਿਹੜੀ ਹੈ, ਉਹਦੇ ਵਾਸਤੇ ਵੀ ਇੱਕ ਡਿਸਪਲਿਨ ਲਿਆਉਣਾ ਪੈਂਦਾ। ਠੀਕ ਹੈ, ਹੁਣ ਆਪਾਂ ਬਹੁਤ ਮੈਂ ਕਹਿੰਦਾ ਵਾਂ ਕਿ ਵੀ ਸ਼ੁੱਡ ਬੀ ਵੈਰੀ ਥੈਂਕਫੁਲ ਕਿ ਜੀਸਸ ਨੇ ਸਾਨੂੰ ਬਹੁਤ ਹੀ ਇੱਕ ਆਪਣੀ ਗ੍ਰੇਸ ਇੰਨੀ ਜ਼ਿਆਦਾ ਦੇ ਦਿੱਤੀ ਹੈ ਕਿ ਅਸੀਂ ਕਿਸੇ ਵੀ ਥਾਂ ਤੇ ਦੁਆ ਕਰ ਸਕਦੇ ਹਾਂ। ਉਹਨੇ ਕੋਈ ਪਰਟੀਕੂਲਰ ਉਹ ਨਹੀਂ ਬਣਾਇਆ ਕਿ ਬਈ ਤੂੰ ਜਾ ਫਲਾਣੀ ਥਾਂ ਤੇ ਕਰ, ਇੱਕ ਉਹ ਸਗੋਂ ਉਹਨੇ ਜ਼ਰਾ ਸਿੰਪਲ ਕਰਤਾ ਕਿ ਆਪਣੇ ਘਰ ਜਾ, ਖਿੜਕੀਆਂ ਬੜੀਆਂ ਬੰਦ ਕਰ ਤੇ ਉੱਥੇ ਪ੍ਰਾਰਥਨਾ ਕਰ। ਬਿਲਕੁਲ ਠੀਕ, ਠੀਕ ਹੈ, ਤੇ ਖੁਦਾ ਨੇ ਸਾਨੂੰ ਮਤਲਬ ਜਿਹੜੀ ਸਾਡੀ ਸਪਿਰਿਚੁਅਲ ਵਾਸਤੇ ਵੀ ਵੀ ਹੈਵ ਟੂ ਡਿਸਪਲਿਨ ਆਵਰਸੈਲਫ।
ਤੇ ਇਹ ਉਹੀ ਗੱਲ ਆ ਕਿ ਜੇ ਕੰਪੀਟੀਸ਼ਨ 'ਚ ਤੁਸੀਂ ਜਾਂਦੇ ਹੋ, ਹਾਂਜੀ ਤੁਸੀਂ ਇੱਕ ਜੇ ਰੋਟੀਆਂ ਖਾਣ ਦਾ ਕੰਪੀਟੀਸ਼ਨ ਕੀਤਾ ਜੀ, 12 ਰੋਟੀਆਂ ਖਾਣੀਆਂ ਨੇ ਤੇ ਜਾਂ 50 ਰੋਟੀਆਂ ਖਾਣ ਵਾਲਾ, ਤੇ ਪਹਿਲਾਂ ਉਹ ਕੰਪੀਟੀਸ਼ਨ ਤਿਆਰੀ ਕਰਦਾ ਨਾ, ਉਸੇ ਕਰਦਾ ਜਿੱਦਾਂ ਦੌੜਨ ਦੀ ਤਿਆਰੀ ਕਰਦਾ, ਉਸੇ ਤਰ੍ਹਾਂ ਸਪਿਰਿਚੁਅਲ ਤਿਆਰੀ ਵੀ ਉਸੇ ਤਰ੍ਹਾਂ ਹੀ ਹੈ ਕਿ ਵੀ ਹੈਵ ਟੂ ਕੀਪ ਔਨ ਡਿਸਪਲਿਨ ਆਵਰਸੈਲਫ, ਔਰ ਲਗਾਤਾਰ ਵਧਾਉਣਾ ਚਾਹੁੰਦਾ ਆਪਣਾ ਜਿਹੜਾ ਨੌਲੇਜ ਹੈ ਔਰ ਜਿਹੜੀ ਆਪਣੀ क्षमता ਹੈ ਕਿ ਲਗਾਤਾਰ ਅਸੀਂ ਕਿਸ ਤਰ੍ਹਾਂ ਰੱਬ ਨੂੰ ਪਾਣਾ। ਹਾਂਜੀ ਬ੍ਰਦਰ, ਮੈਂ ਹੁਣ ਥੋੜੀ ਉਲਟੀ ਸਾਈਡ ਵੱਲੋਂ ਆਵਾਂਗਾ ਕਿ ਯਾਨੀ ਅਸੀਂ ਤੇ ਗੱਲ ਕੀਤੀ ਸਪਿਰਿਚੁਅਲ, ਔਰ ਲੇਕਿਨ ਮੈਂ ਸਮਝਦਾ ਕਿ ਜਿਹੜੇ ਲੋਕ ਕਿਸੇ ਦਾ ਬੁਰਾ ਭਲਾ ਚਾਹੁੰਦੇ ਨੇ ਉਹ ਵੀ ਇਹ ਦੋ ਹੀ ਕੰਮ ਕਰਦੇ ਨੇ। ਕੀ ਖਿਆਲ ਹੈ? ਪਹਿਲੋਂ ਨੀਅਤ ਕਰਦੇ ਨੇ, ਠੀਕ ਹੈ, ਔਰ ਉਹਦੇ ਬਾਅਦ ਅਮਲ ਕਰਦੇ ਨੇ। ਇਹ ਉਲਟੀ ਸਾਈਡ ਹੈ ਕਿ ਉਹ ਕਿਸੇ ਨੂੰ ਅਗਰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਹਿਲਾਂ ਸੋਚਦੇ ਨੇ ਤੇ ਫਿਰ ਉਹਦੇ ਬਾਅਦ ਉਹਦੇ ਤੇ ਅਮਲ ਕਰਦੇ। ਕੀ ਖਿਆਲ ਹੈ ਤੁਹਾਡਾ ਇਹ ਬਾਰੇ? ਬਿਲਕੁਲ ਤੁਸੀਂ ਸਹੀ ਕਹਿੰਦੇ ਜੀ। ਜਿਸ ਤਰ੍ਹਾਂ ਕਿਸੇ ਨੇ ਗਲਤ ਕੰਮ ਕਰਨਾ ਹੈ ਤੇ ਉਹ ਪੂਰਾ ਉਹਦੇ ਉੱਤੇ ਵਰਕਆਊਟ ਕਰਦਾ ਜੀ ਉਹਦੇ ਸਹੀ। ਜਿੰਨੇ ਦੇਰ ਤੱਕ ਉਹਦਾ ਵਰਕਆਊਟ ਨਹੀਂ ਕਰੇਗਾ ਤੇ ਉਹ ਜੋ ਉਹਨਾਂ ਦੀ ਮਨਸਾ ਹੈ ਉਸ ਇਰਾਦੇ ਨੂੰ ਉਹ ਪੂਰਾ ਕਰਨ ਲਈ ਉਹ ਸਾਰਾ ਕੁਝ ਉਹਦੇ ਬਾਰੇ ਜਾਣੇਗਾ। ਇਹ ਬੰਦਾ ਕਿੱਥੋਂ ਆ, ਕਿਹੜੇ ਵੇਲੇ ਨਿਕਲਦਾ ਹੈ, ਕਿੱਧਰ ਨੂੰ ਜਾਂਦਾ ਹੈ, ਕਿਹਦੇ ਨਾਲ ਇਹਦੀ ਸੰਗਤੀ ਹੈ, ਉਹ ਸਾਰਾ ਕੁਝ ਕਰਕੇ ਵਰਕਆਊਟ ਤੇ ਫਿਰ ਹੀ ਉਹਦੇ ਉੱਤੇ ਜਿਹੜਾ ਹੈ ਕੋਈ ਉਹ ਅਟੈਕ ਕਰੇਗਾ। ਸਹੀ। ਮੈਂ ਥੋੜਾ ਜਿਹਾ ਇਹਨੂੰ ਇੱਕ ਹੋਰ ਗੱਲ ਸਮਝਾਣਾ ਜਿਹੜੀ ਸਾਨੂੰ ਬਹੁਤ ਅੱਛੇ ਤਰੀਕੇ ਨਾਲ वर्स 13 ਚ लिखी है, क्योंकि परमेश्वर ही है जिसने अपनी सुचिया निमित्त तुम्हारे मन में इच्छा और काम दोनों बातों के करने का प्रभाव डाला है। ਅਸੀਂ ਜੇ ਆਗਿਆਕਾਰੀ ਹਾਂ 12 वर्स ਦੇ ਹਿਸਾਬ ਨਾਲ, ਜੇ ਅਸੀਂ ਆਗਿਆਕਾਰੀ ਹਾਂ, ਠੀਕ ਹੈ, ਅਸੀਂ ਉਹਦਾ ਡਰ ਮੰਨਦੇ ਹਾਂ। ਦੂਜੀ ਗੱਲ ਤੇ खुदा साडे मन दे विच, ठीक है, परमेश्वर ही जिसने अपनी सुशिक्षा निमित्त तुम्हारे मन में इच्छा और काम, नेक इरादा, नेक जे फिर वो नेक इरादा और काम जिहड़ा है वो ताइयों पॉसिबल फिर वो होण दिंदा है। वो साडे मन च गल पांदा है पहला कि तू ये काम हुण कर, ठीक है। इच्छा जिहड़ी है और हिम्मत काम करन दी, ये ताइयों पॉसिबल है जे असी पहले दो काम करते हैं। ਅਸੀਂ ਆਗਿਆਕਾਰੀ ਰਹੇ ਹਾਂ, ਅਸੀਂ ਉਹਦੇ ਤੋਂ ਡਰਦੇ ਹਾਂ। ਦੇਖੋ ਇਹ ਦੋ ਕੰਮ ਅਸੀਂ ਕਰਾਂਗੇ ਤੇ ਫਿਰ ਰੱਬ ਸਾਨੂੰ ਆਪਣੇ ਆਪ ਸਾਡੇ ਮਨ ਦੇ ਵਿੱਚ ਇੱਕ ਇੱਛਾ ਪਾਏਗਾ ਕਿ ਤੂੰ ਹੁਣ ਆਹ ਕੰਮ ਕਰ। ਆਪਣੀ ਜਿਹੜੀ ਨਿਜਾਤ ਜਿਹੜੀ ਹੈ ਇਹਨੂੰ ਫਰਦਰ ਗਲੋਰੀਫਾਈ ਵਨ ਸਟੇਜ ਟੂ ਨੈਕਸਟ ਸਟੇਜ ਲੈ ਕੇ ਜਾਣ ਵਾਸਤੇ ਉਹ ਫਿਰ ਤੁਹਾਡੇ ਮਨ ਦੇ ਵਿੱਚ ਉਹ ਇੱਛਾ ਪਾਏਗਾ ਤੇ ਤੁਹਾਨੂੰ ਹਿੰਮਤ ਦੇਗਾ ਕਿ ਤੁਸੀਂ ਉਹ ਕੰਮ ਕਰ ਸਕੋ। ਹਾਂਜੀ, ਲੱਗਦਾ ਇਹ ਵੀ ਜੀ ਕਿ ਜਿਹੜਾ ਨੇਕ ਕੰਮ ਕਰਨਾ ਹੈ ਇਹ ਵੀ ਜਿਹੜਾ ਇਨਸਾਨ ਹੈ ਉਹ ਆਪਣੇ ਤੌਰ ਤੇ ਨਹੀਂ ਕਰ ਸਕਦਾ। ਕੀ ਖਿਆਲ? ਇਹੀ ਗੱਲ ਲਿਖੀ ਹੈ, ਬਿਲਕੁਲ ਇਹੀ ਲਿਖਿਆ ਕਿ ਇਹ ਪਰਮੇਸ਼ਵਰ ਦੇ ਵੱਲੋਂ ਹੀ ਹੈ। ਹਾਂਜੀ, ਅਗਰ ਉਹ ਹੈ ਤੁਹਾਡੇ ਅੰਦਰ ਹੈ ਤੇ ਫਿਰ ਤੁਸੀਂ ਨੇਕ ਕੰਮ ਜਿਹੜਾ ਉਹ ਕਰ ਸਕਦੇ ਹੋ, ਕਿਉਂਕਿ ਇਨਸਾਨ ਤੇ ਸਾਡੀ ਤੇ ਫਿਤਰਤ ਹੀ ਬੁਰਾ ਕੰਮ ਕਰਨਾ। ਹਾਂਜੀ, ਔਰ ਉਹਦਾ ਇਰਾਦਾ ਵੀ ਨੇਕ ਹੋ ਜਾਂਦਾ। ਠੀਕ, ਹਾਂਜੀ, ਬਿਲਕੁਲ। ਸੋਚਣਾ ਵੀ ਕਿਹਨੂੰ ਕਹਿੰਦੇ ਨੇ ਕਿ ਉਹ ਨੇਕ ਕੰਮ ਕਰਨ ਦੇ ਬਾਰੇ ਚ ਸੋਚਣਾ ਸ਼ੁਰੂ ਕਰ ਦਿੰਦਾ। ਔਰ ਇਹ ਮੇਰੇ ਅਜ਼ੀਜ਼ੋ ਅਸੀਂ ਇੱਥੇ ਇੱਕ ਗੱਲ ਦੀ ਉਹ ਸਮਝਦੇ ਹਾਂ ਕਿ ਜਦੋਂ ਖੁਦਾ ਸਾਡੇ ਨਾਲ ਹੈ ਤੇ ਫਿਰ ਇਹ ਸਾਰੇ ਨੇਕ ਕੰਮ ਜਿਹੜੇ ਨੇ ਅਸੀਂ ਕਰ ਸਕਦੇ। ਮੈਂ ਇੱਕ ਮਿਸਾਲ ਦਿਆਂਗਾ ਕਿ ਅੱਜ ਕੱਲ੍ਹ ਜਿਹੜੀ ਮਹਾਮਾਰੀ ਹੋ ਰਹੀ ਹੈ, ਕੁਛ ਲੋਕੀ ਨੇ ਉਹ ਦੂਜਿਆਂ ਨੂੰ ਫੂਡ ਦੇ ਰਹੇ ਨੇ, ਠੀਕ ਹੈ, ਬਿਲਕੁਲ ਅੱਛਾ ਕੰਮ ਕਰ ਰਹੇ ਨੇ, ਲੋਕਾਂ ਦੇ ਜਾ ਕੇ ਪੁੱਛਦੇ ਨੇ, ਤੇ ਕੁਛ ਲੋਕੀ ਜਿਹੜੇ ਨੇ ਉਹ ਗਬਨ ਕਰਨ ਦੇ ਨੇ, ਉਹ ਕਿਹਨੂੰ ਕਹਿੰਦੇ ਨੇ ਕਿ ਲੋਕਾਂ ਨੂੰ ਚੀਟ ਕਰ ਰਹੇ ਨੇ ਇਸ ਟਾਈਮ। ਹਾਂਜੀ, ਪ੍ਰਾਈਸਿਸ ਵਧਾ ਕੇ। ਹਾਂਜੀ, ਨਹੀਂ ਵੈਸੇ ਵੀ ਕਈ ਤਰੀਕੇ ਨਾਲ। ਹਾਂ, ਤਾਂ ਇਹ ਗੱਲ ਹੈ ਕਿ ਯਾਨੀ ਜਿਹੜਾ ਖੁਦਾ ਅਗਰ ਜਿਨ੍ਹਾਂ ਦੇ ਨਾਲ ਹੈ ਉਹ ਸ਼ਾਇਦ ਅੱਛੇ ਕੰਮ ਕਰ ਰਹੇ ਨੇ, ਔਰ ਜਿਨ੍ਹਾਂ ਨਾਲ ਉਹ ਨਹੀਂ ਹੈ, ਦੂਸਰਾ ਬੰਦਾ ਉਹ ਦੂਜੇ ਕੰਮ ਕਰਦੇ ਨੇ। ਸੋ ਇਹ ਅਸੀਂ ਸਮਝੀਏ ਕਿ ਯਾਨੀ ਜਦੋਂ ਅਸੀਂ ਨਿਜਾਤ ਦੇ ਵੱਲ ਵੱਧਦੇ ਹਾਂ ਤੇ ਅਸੀਂ ਨੇਕ ਜਿਹੜਾ ਸਾਡਾ ਇਰਾਦਾ ਹੈ ਔਰ ਉਹਦੇ ਬਾਅਦ ਜਿਹੜੀ ਨੇਕ ਨੀਅਤ ਹੈ ਔਰ ਉਹਦੇ ਨਾਲ ਜਿਹੜਾ ਨੇਕ ਅਮਲ ਹੈ, ਇਹ ਦੋਵੇਂ ਜਦੋਂ ਇਕੱਠੇ ਮਿਲਦੇ ਨੇ ਤੇ ਇਹਦਾ ਮਤਲਬ ਹੈ ਕਿ ਅਸੀਂ ਨਿਜਾਤ ਵੱਲ ਕੀ ਕਰਨ ਰਹੇ ਹਾਂ, ਵੱਧ ਰਹੇ ਹਾਂ। ਬਹੁਤ ਸ਼ੁਕਰੀਆ ਜੀ, ਇਹਦੇ ਤੇ ਕਾਫੀ ਅਸੀਂ ਲੰਮੀ ਚੌੜੀ ਗੱਲ ਕੀਤੀ ਹੈ। ਇੱਕ ਹੋਰ ਜਿਹੜੀ ਕਿਹਨੂੰ ਕਹਿੰਦੇ ਨੇ ਕਿ ਅੱਗੇ ਵੀ ਥੋੜੀ ਜਿਹੀ ਇਹਦੇ ਤੇ ਗੱਲ ਹੋਈ ਹੈ ਕਿ ਜਦੋਂ ਅਸੀਂ ਡਰ ਤੇ ਖੌਫ ਰੱਖਦੇ ਹੋਏ ਫਿਰ 12ਵੀਂ ਆਇਤ 'ਚ ਜਾਂਦੇ ਹਾਂ ਅਸੀਂ ਕਿ ਉਰਦੂ 'ਚ ਲਿਖਿਆ ਕਿ ਡਰਤੇ ਔਰ ਕਾਂਪਤੇ ਹੋਏ। ਇਹ ਮੈਂ ਸਮਝਦਾ ਕਿ ਇਹ ਵੀ ਬੜੀ ਇੱਕ ਜ਼ਰੂਰਤ ਹੈ ਕਿ ਜਦੋਂ ਅਸੀਂ ਨਿਜਾਤ ਵੱਲ ਨੂੰ ਵੱਧਦੇ ਹਾਂ ਤੇ ਇਹ ਸਾਡਾ ਇਹ ਜਿਹੜਾ ਡਰ ਔਰ ਖੌਫ ਹੈ, ਇਹ ਉਹ ਡਰ ਨਹੀਂ ਜਿਹੜਾ
ਸ਼ਾਇਦ ਕੋਵਿਡ-19 ਤੋਂ ਕੋਵਿਡ-19 ਦਾ ਡਰ ਨਹੀਂ ਹੈ, ਨਾ 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 ਬਲਕਿ ਇਹ ਕਿਹਦਾ ਡਰ ਹੈ? ਇਹ ਖੁਦਾ ਦਾ ਖੁਦਾ ਦਾ ਡਰ ਹੈ। ਹਾਂਜੀ ਹਾਂਜੀ ਠੀਕ ਹੈ। ਉਹੀ ਹੈ ਨਾ, ਪਰਮੇਸ਼ਰ ਦਾ ਵਚਨ ਇਹ ਦੱਸਦਾ ਨਾ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਕੋਲੋਂ ਡਰਦੇ ਹਾਂ ਤੇ ਉਹ ਸਾਨੂੰ ਉਹੀ ਬੁੱਧੀ ਦਿੰਦਾ ਹੈ, ਸਾਨੂੰ ਉਹੀ ਸਾਨੂੰ ਅੰਡਰਸਟੈਂਡਿੰਗ ਦਿੰਦਾ ਹੈ। ਜੀ ਜੀ ਅੰਗਰੇਜ਼ੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਬੜੀ ਅੱਛੀ ਦਿੱਤੀ ਹੈ ਉਹ ਵਰਸ, ਫੀਅਰ ਆਫ ਦਾ ਲਾਰਡ ਇਜ਼ ਦਾ ਬਿਗਨਿੰਗ ਆਫ ਵਿਜ਼ਡਮ, ਰਾਈਟ? ਬਿਲਕੁਲ। ਤੇ ਇਹ ਉਹ ਹੀ ਹੈ, ਜਦੋਂ ਅਸੀਂ ਪਰਮੇਸ਼ਰ ਦੇ ਡਰ ਦੇ ਵਿੱਚ ਹੋਵਾਂਗੇ, ਯਾਨੀ ਉਹਦਾ ਡਰ ਹੋਏਗਾ। ਹਾਂ, ਉਹਦਾ ਡਰ ਹੋਏਗਾ। ਤੇ ਜਿਹੜੀ ਅਸੀਂ ਮਨਸਾ ਕੀਤੀ ਹੈ ਤੇ ਫਿਰ ਜਿਹੜਾ ਅਸੀਂ ਇੱਕ ਨੇਕ ਇਰਾਦਾ ਕਰ ਲਿਆ ਕਿ ਅਸੀਂ ਇਹ ਕੰਮ ਕਰਨਾ ਹੈ ਤੇ ਉਹ ਅਸੀਂ ਪੂਰਾ ਕਰਦੇ ਹਾਂ। ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਕਿ ਕੋਵਿਡ-19 ਕਰਕੇ ਚਲੋ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਵਾਂ, ਤੇ ਜੇ ਸਾਨੂੰ ਕੋਈ ਪਤਾ ਲੱਗਦਾ ਹੈ ਕਿ ਕੋਈ ਇਸ ਮਹਾਮਾਰੀ ਦੇ ਨਾਲ ਪੀੜਤ ਹੋ ਗਿਆ ਤਾਂ ਅਸੀਂ ਆਪਣਾ ਫੋਨ ਚੁੱਕ ਸਕਦੇ ਹਾਂ, ਉਹਦੇ ਨਾਲ ਦੁਆ ਕਰ ਸਕਦੇ ਹਾਂ, ਬਿਲਕੁਲ ਠੀਕ। ਕੁਝ ਉਹਦੇ ਲਈ ਖਾਣਾ ਵਗੈਰਾ ਬਣਾ ਕੇ ਉਹਦੇ ਡੋਰ ਦੇ ਸਟੈਪ ਦੇ ਉੱਤੇ ਵੀ ਜਾ ਕੇ ਛੱਡ ਕੇ ਆ ਸਕਦੇ ਹਾਂ। ਸਹੀ, ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਹਾਂ। ਬਿਲਕੁਲ ਠੀਕ, ਬਿਲਕੁਲ ਠੀਕ। ਮੈਂ ਜੀ ਇੱਥੇ ਫੇਰ ਇੱਕ ਡਾਕਟਰ ਸਾਹਿਬ, ਮੈਂ ਤੁਹਾਡੇ ਵੱਲ ਆਉਣਾ ਫੇਰ, ਮੈਂ ਫੇਰ ਉਹ ਗੱਲ ਵੱਲ ਚੱਲਾਂ, ਉਹ ਵੀ 12ਵੀਂ ਅੱਜ 'ਚ, ਕਿ ਪੌਲੁਸ ਕਹਿੰਦਾ ਕਿ ਇਹ ਕੰਮ ਜੇ ਤੁਸੀਂ ਡਰਦੇ ਹੋਏ, ਕੰਬਦੇ ਹੋਏ ਮੇਰੀ ਹਾਜ਼ਰੀ 'ਚ ਕਰਦੇ ਸੋ, ਤੇ ਜੇ ਮੈਂ ਗੈਰ ਹਾਜ਼ਰ ਹਾਂ ਤੇ ਇਹ ਕੰਮ ਤੁਹਾਨੂੰ ਬਹੁਤੇ ਕਰਨੇ ਦੀ ਜ਼ਰੂਰਤ ਹੈ। ਔਰ ਜ਼ਬੂਰ 139 'ਚ ਵੀ ਲਿਖਿਆ ਕਿ ਯਾਨੀ ਮੈਂ ਕਿਨੂੰ ਪਰ ਲਾ ਕੇ ਅਗਰ ਮੈਂ ਸਮੁੰਦਰ ਦੀ ਦੁਨੀਆ ਦੀ ਇੰਤਹਾ ਤੱਕ ਚਲਾ ਜਾਵਾਂ, ਉੱਥੇ ਵੀ ਤੂੰ ਹੈ, ਪਤਾਲ 'ਚ ਚਲਾ ਜਾ, ਉੱਥੇ ਵੀ ਤੂੰ ਹੀ ਹੈ। ਤੇ ਮੈਂ ਸਮਝਣਾ ਕਿ ਅਸੀਂ ਕਦੀ ਕਦੀ ਸ਼ਾਇਦ ਸਮਝਦੇ ਕਿ ਖੁਦਾ ਸਾਡੇ ਕੋਲ ਨਹੀਂ ਤੇ ਅਸੀਂ ਇਹ ਕੰਮ ਕਰ ਲਈਏ, ਲੇਕਿਨ ਮੈਂ ਸਮਝਣਾ ਕਿ ਇੱਥੇ ਜਦੋਂ ਦੱਸਿਆ ਗਿਆ ਕਿ ਉਹ ਕਹਿੰਦਾ ਕਿ ਮੇਰੀ ਹਾਜ਼ਰੀ 'ਚ ਤੇ ਤੁਸੀਂ ਕਰਦੇ ਹੋ ਕੰਮ, ਲੇਕਿਨ ਮੇਰੀ ਗੈਰ ਹਾਜ਼ਰੀ 'ਚ ਕੀ ਹੈ, ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਕਰਨ ਦੀ। ਕਿਉਂ ਡਾਕਟਰ ਸਾਹਿਬ, ਇਹਦੇ ਤੇ ਜ਼ਰਾ ਥੋੜਾ ਜਿਹਾ ਚਾਨਣ ਪਾਓ। ਦੇਖੋ ਜੀ, ਇਹਦੇ ਤੇ ਤੁਸੀਂ ਇੱਕ ਜਿਹੜੀ ਗੱਲ ਹੈ ਸਮਝਣੀ ਕਿ ਖੁਦਾ ਸਾਨੂੰ, ਜੇ ਅਸੀਂ ਖੁਦਾ ਨੇ, ਫਿਰ ਗੱਲ ਉੱਥੇ ਆ ਜਾਣੀ ਹੈ, ਜੇ ਅਸੀਂ ਖੁਦਾ ਦੇ ਨਾਲ ਜੁੜੇ ਹਾਂ ਨਾ, ਫਿਰ ਸਾਨੂੰ ਇਸ ਗੱਲ ਦੀ ਜਿਹੜੀ ਹੁਣ ਗੱਲ ਡਰੇ ਹੋਏ ਆ। ਭਾਈ ਸਾਹਿਬ ਨੇ ਬੜੀ ਗੱਲ ਕੀਤੀ ਕਿ ਜੀ fear of the Lord, ਅੰਗਰੇਜ਼ੀ 'ਚ ਨਾ, fear of the Lord is beginning of the knowledge ਜਾਂ wisdom। ਠੀਕ ਹੈ, ਇਹ ਵਿਜ਼ਡਮ, ਇਹ ਨੌਲੇਜ ਜਿਹੜੀ ਹੈ, ਇਹ ਦੁਨੀਆਦਾਰੀ ਵਾਲੀ ਨੌਲੇਜ ਵਿਜ਼ਡਮ ਨਹੀਂ ਹੈ, ਇਹ ਬਿਬਲੀਕਲ ਨੌਲੇਜ, ਸਪਿਰਿਚੁਅਲ ਨੌਲੇਜ, ਸਪਿਰਿਚੁਅਲ ਵਿਜ਼ਡਮ ਹੈ। ਇਹ ਫਰਕ ਹੈ ਦੁਨੀਆਦਾਰੀ। ਦੁਨੀਆ ਦੇ ਬਹੁਤ ਜਿਹੜੀ ਬਹੁਤ ਤਗੜੇ ਤਗੜੇ ਸਾਇੰਸਦਾਨ ਨੇ, ਉਹ ਖੁਦਾ ਨੂੰ ਮੰਨਦੇ ਨਹੀਂ। ਬਿਲਕੁਲ ਠੀਕ, ਠੀਕ ਹੈ, ਲੇਕਿਨ ਉਹ ਫਿਰ ਅਸੀਂ ਆਈ ਕੈਨ ਬਲੇਮ ਕਿ ਉਹ ਕੀ ਕਰ ਰਹੇ ਨੇ, ਉਹਨਾਂ ਨਾਲ ਆਪਾਂ ਨਹੀਂ ਗੱਲਾਂ ਕਰਨੀਆਂ, ਪਰ ਸਾਨੂੰ ਇੰਨਾ ਪਤਾ ਹੈ ਕਿ ਉਹ ਵਿਜ਼ਡਮ ਜਿਹੜੀ ਹੈ ਉਹ ਟੋਟਲੀ ਡਿਫਰੈਂਟ ਹੈ। ਦੈਟ ਹੈਜ਼ ਨਥਿੰਗ ਟੂ ਡੂ ਵਿਦ ਦ ਵਿਜ਼ਡਮ ਆਫ ਆਵਰ। ਤੇ ਜਿਹੜੀ ਤੁਸੀਂ ਸਵਾਲ ਕੀਤਾ ਕਿ ਅਸੀਂ, ਤੁਹਾਡਾ ਸਵਾਲ ਮੇਰੇ ਖਿਆਲ ਸੇ ਇਹਦੇ ਤੇ ਸੀਗਾ ਕਿ ਡਰਤੇ ਹੋਏ ਵਿਸ਼ੇਸ਼ ਨਹੀਂ, ਗੈਰ ਹਾਜ਼ਰੀ ਤੇ ਗੈਰ ਹਾਜ਼ਰੀ ਦੇ ਵਿੱਚ, ਗੈਰ ਹਾਜ਼ਰੀ ਤੇ ਜੇ ਨਹੀਂ ਹੈ ਤਾਂ ਖੁਦਾ ਤੇ ਹਰ ਥਾਂ ਤੇ ਹੈ। ਬਿਲਕੁਲ ਠੀਕ, ਉਹਦੀ ਅੱਖ ਹਰ ਇੱਕ ਨੂੰ ਦੇਖਦੀ ਹੈ ਜੀ। ਖੁਦਾ ਤੇ ਹਰ ਥਾਂ ਤੇ ਹੈ। ਜੇ ਅਸੀਂ ਹਰ ਥਾਂ ਤੇ ਨਹੀਂ, ਐਕਚੁਅਲੀ ਗੱਲ ਇਹ ਹੈ ਕਿ ਖੁਦਾ ਸਾਡੇ ਵਿੱਚ ਹੈ। ਅਸੀਂ ਇਹ ਗੱਲ ਨੂੰ ਮੰਨ ਕੇ ਚੱਲਦੇ ਹਾਂ ਕਿ ਖੁਦਾ ਸਾਡੇ ਨਾਲ ਹੈ। ਦ ਹੋਲੀ ਸਪਿਰਿਟ ਇਜ਼ ਵਿਦ ਅਸ। ਜਦੋਂ ਹੋਲੀ ਸਪਿਰਿਟ ਇਜ਼ ਵਿਦ ਅਸ, ਯਾਨੀ ਕਿ ਇੱਕ ਨਜ਼ਰ ਸਾਨੂੰ, ਇੱਕ ਫਰੈਂਡ, ਇੱਕ ਗਾਈਡ ਜਿਹੜਾ ਸਾਨੂੰ ਉਹ ਮਿਲ ਗਿਆ ਹੋਇਆ ਹੈ। ਜੀਸਸ ਕ੍ਰਾਈਸਟ ਨੇ ਆਲਰੇਡੀ ਦੇ ਦਿੱਤਾ। ਜਿੱਦਾਂ ਅਸੀਂ ਉਹਨੂੰ ਮੰਨ ਲਿਆ, ਹੋਲੀ ਸਪਿਰਿਟ ਇਜ਼ ਵਿਦ ਅਸ, ਤੇ ਉਹ ਸਾਨੂੰ ਗਾਈਡ ਕਰ ਰਹੀ ਹੈ, ਉਹ ਸਾਨੂੰ ਹਮੇਸ਼ਾ ਦੱਸ ਰਹੀ ਹੈ ਕਿ ਤੂੰ ਕਿੱਥੇ ਗਲਤ ਹੈ। ਅਸੀਂ ਉਹਨੂੰ ਸੁਣੀਏ ਤੇ ਨਹੀਂ ਸੁਣੀਏ ਉਹਦਾ ਹੈ, ਬਟ ਹੀ ਇਜ਼ ਆਲਵੇਜ਼ ਵਿਦ ਅਸ। ਥੈਂਕ ਯੂ। ਤਾਂ ਮੈਂ ਇਹ 'ਚ ਇੱਕ ਗੱਲ ਕਰਾਂਗਾ ਕਿ ਅਸੀਂ ਇੱਕ ਡੋਮੇਨ ਕਈ ਵਾਰੀ ਮੈਂ ਡਿਸਕਸ ਕਰਨਾ ਮੰਗਦਾ ਸੀ, ਹੋਇਆ ਨਹੀਂ। ਅੱਜ ਤੁਸੀਂ ਸਵਾਲ ਕੀਤਾ ਕਿ ਇਜ਼ ਦੇਅਰ ਅ ਟਾਈਮ ਵੈਨ ਗੋਡ ਇਜ਼ ਨਾਟ ਵਿਦ ਅਸ? ਇਜ਼ ਦੇਅਰ ਅ ਟਾਈਮ, ਜਦੋਂ ਮੈਂ ਸੁੱਤਾ ਵਾਂ, ਜਦੋਂ ਮੈਨੂੰ ਖਾਬ ਆ ਰਿਹਾ ਹੈ, ਕਿ ਉਹ ਖਾਬ ਖੁਦਾ ਵੱਲੋਂ ਹੈ ਕਿ ਸ਼ੈਤਾਨ ਵੱਲੋਂ ਹੈ? ਬਿਲਕੁਲ ਠੀਕ, ਬਿਲਕੁਲ ਠੀਕ। ਡ੍ਰੀਮਸ ਬਾਰੇ ਆਪਾਂ ਫਿਰ ਕਿਸੇ ਦਿਨ ਤੁਸੀਂ ਪ੍ਰੋਗਰਾਮ ਕਰੋਗੇ ਤਾਂ ਫਿਰ ਦੱਸਾਂਗੇ। ਆਈ ਕੈਨ ਟੈਲ ਯੂ, ਡ੍ਰੀਮਸ ਦੇ ਬਾਰੇ ਵੀ ਬਹੁਤ ਲੋਕਾਂ ਨੇ ਸਟੱਡੀ ਕੀਤੀ ਹੈ, ਐਂਡ ਡ੍ਰੀਮਸ ਕੈਨ ਬੀ ਫਰੋਮ ਸੇਟਨ ਔਰ ਫਰੋਮ ਗॉड। ਬਹੁਤ ਅੱਛਾ ਜੀ, ਹਾਂਜੀ, ਥੈਂਕ ਯੂ ਵੈਰੀ ਮਚ ਜੀ। ਗੱਲ ਹੋਣ ਡਈ ਸੀ ਹਿਕਮਤ ਦੀ, ਜਾਂ ਜਿਹਨੂੰ ਵਿਜ਼ਡਮ ਅਸੀਂ ਕਹਿੰਦੇ ਹਾਂ, ਨੌਲੇਜ ਕਹਿੰਦੇ ਹਾਂ। ਤੇ ਅੱਜ ਅਗਰ ਕਿਸੇ ਬੰਦੇ ਨੂੰ ਅਸੀਂ ਪੁੱਛੀਏ ਕਿ ਭਾਈ ਤੂੰ, ਤੇਰੇ 'ਚ ਹਿਕਮਤ ਕੋਈ ਨਹੀਂ, ਤੇ ਉਹ ਸ਼ਾਇਦ ਕਹੇਗਾ ਕਿ ਸ਼ਾਇਦ ਇਹ ਹੀ ਬੇਵਕੂਫ ਹੈ ਜਿਹੜਾ ਕਹਿਣ ਡਿਆ। ਲੇਕਿਨ ਅਸੀਂ ਗੱਲ ਕਰਨ ਡਏ ਹਾਂ ਕਿ ਜਿਹੜੀ ਖੁਦਾ ਨੇ ਸਾਨੂੰ ਹਿਕਮਤ ਦਿੱਤੀ ਹੈ, ਜਾਂ ਜਿਹੜੀ ਵਿਜ਼ਡਮ ਉਹਦੇ ਵੱਲੋਂ ਹੈ, ਉਹ
ਡਿਫਰੈਂਟ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਬਿਲਕੁਲ different ਹੈ। ਸਾਇੰਸਦਾਨਾਂ ਦੇ ਨਾਲੋਂ ਡਿਫਰੈਂਟ ਹੈ। ਬਿਲਕੁਲ ਜਾਂ ਅੱਜ ਕਿਸੇ ਨੂੰ ਕਵੇ ਵੀ ਤੇਰੇ 'ਚ ਤੇ ਹਿਕਮਤ ਨਹੀਂ ਹੈ, ਤਾਂ ਉਹ ਕਹੇਗਾ, ਯਾਨੀ ਮੈਂ ਜਿਸ ਤਰ੍ਹਾਂ ਦੇਖਿਆ ਕਿ ਉਹ ਕਹੇਗਾ ਕਿ ਇਹ ਠੀਕ ਨਹੀਂ ਹੈ। ਸੋ ਇਸ ਲਈ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਉਹ ਵਿਜ਼ਡਮ ਜਿਹੜੀ ਖੁਦਾ ਵੱਲੋਂ ਮਿਲਦੀ ਹੈ ਉਹ ਅਸੀਂ ਹਾਸਲ ਕਰੀਏ, ਤੇ ਫਿਰ ਖੁਦਾ ਸਾਡੇ ਨਾਲ ਹੈ ਔਰ ਅਸੀਂ ਕਿਸੇ ਦਾ ਭਲਾ ਕਰ ਸਕਦੇ ਹਾਂ। ਮੇਰੇ ਅਜ਼ੀਜ਼ੋ, ਬੜੀਆਂ ਸੋਹਣੀਆਂ ਗੱਲਾਂ ਹੋਣ ਡੀਆਂ ਨੇ, ਔਰ ਯਾਨੀ ਅਸੀਂ ਫਿਰ ਇੱਕ ਪ੍ਰੋਗਰਾਮ ਇਸੇ ਹੀ ਗੱਲ 'ਤੇ ਫਿਰ ਕਰਾਂਗੇ। ਔਰ ਅੱਜ ਅਸੀਂ ਸਿੱਖਿਆ ਕਿ ਖੁਦਾ ਵੱਲੋਂ ਨਜਾਤ ਹੈ, ਸਾਨੂੰ ਵੀ ਆਪਣੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਸ ਨਜਾਤ 'ਚ ਅੱਗੇ ਵੱਧਦੇ ਜਾਈਏ। ਅੱਜ ਅਸੀਂ ਕਿਹਨੂੰ ਕਹਿੰਦੇ ਕਿ ਜਦੋਂ ਇਸ ਸਾਰੀ ਸੂਰਤ ਹਾਲ 'ਚੋਂ ਗੁਜ਼ਰ ਰਹੇ ਹਾਂ, ਤੇ ਆਈਏ ਅਸੀਂ ਆਖਰ ਦੇ ਵਿੱਚ ਦੁਆ ਕਰਾਂਗੇ ਉਹਨਾਂ ਲਈ ਜਿਹੜੇ ਸ਼ਾਇਦ ਇਸ ਕੋਵਿਡ-19 ਦੀ ਕਿਹਨੂੰ ਕਹਿੰਦੇ ਨੇ ਕਿ ਹਾਲਾਤ ਦੀ ਵਜ੍ਹਾ ਤੋਂ ਪਰੇਸ਼ਾਨੀ 'ਚ ਗੁਜ਼ਰ ਰਹੇ ਨੇ। ਅਸੀਂ ਉਹਨਾਂ ਲਈ ਦੁਆ ਕਰਾਂਗੇ ਜਿਹੜੇ ਫਰੰਟ ਲਾਈਨ ਵਰਕਰਸ ਨੇ। ਅਸੀਂ ਉਹਨਾਂ ਲਈ ਦੁਆ ਕਰਾਂਗੇ ਜਿਹੜੇ ਸ਼ਾਇਦ ਇਹਦੀ ਵਜ੍ਹਾ ਤੋਂ ਕਿਸੇ ਵੀ ਤੌਰ ਤੇ ਯਾਨੀ ਫੈਮਿਲੀ ਤੌਰ 'ਤੇ ਕਿਹਨੂੰ ਕਹਿੰਦੇ ਨੇ ਕਿ ਮੁਆਸ਼ਰਤੀ ਤੌਰ 'ਤੇ ਜਾਂ ਫਾਈਨੈਂਸ਼ੀਅਲੀ ਤੌਰ 'ਤੇ ਅਗਰ ਉਹ ਇਸ ਪੀੜਤ 'ਚੋਂ ਗੁਜ਼ਰ ਰਹੇ ਨੇ, ਅਸੀਂ ਉਹਨਾਂ ਲਈ ਦੁਆ ਕਰਾਂਗੇ। ਮੈਂ ਗੁਜ਼ਾਰਿਸ਼ ਕਰਾਂਗਾ ਬ੍ਰਦਰ ਮੈਨੂਅਲ ਨੂੰ ਕਿ ਉਹ ਦੁਆ 'ਚ ਰਹਿਨੁਮਾਈ ਕਰਨ। ਅਸੀਂ ਪ੍ਰਾਰਥਨਾ ਕਰਾਂਗੇ। ਸਾਡੇ ਮਹਾਨ ਤੇ ਸਮਰਥ ਦੇ ਨਾਲ ਭਰੇ ਹੋਏ ਪਰਮੇਸ਼ਵਰ, ਜੀਵਨ ਤੇ ਜ਼ਿੰਦਗੀ ਦੇਣ ਵਾਲੇ ਪਰਮੇਸ਼ਵਰ, ਸਾਨੂੰ ਬਣਾਉਣ ਵਾਲੇ ਪਰਮੇਸ਼ਵਰ, ਸਾਡੇ ਕ੍ਰੀਏਟਰ, ਅਸੀਂ ਤੇਰਾ ਧੰਨਵਾਦ, ਤੇਰੀ ਤਾਰੀਫ, ਤੇਰੀ ਵਡਿਆਈ ਕਰਦੇ ਹਾਂ ਪਿਤਾ, ਕਿਉਂਕਿ ਤੂੰ ਹੀ ਇੱਕ ਵਾਹਦ ਪਰਮੇਸ਼ਵਰ ਆ ਜੋ ਵਡਿਆਉਣ ਦੇ ਯੋਗ ਹਾਂ। ਪਿਤਾ, ਇਸ ਸਮੇਂ ਲਈ ਤੇਰਾ ਧੰਨਵਾਦ ਕਰਦੇ ਜੋ ਤੂੰ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ। ਔਰ ਇਸ ਵੇਲੇ ਵਿਸ਼ੇਸ਼ ਕਰਕੇ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਭ ਲੋਕਾਂ ਦੇ ਵਾਸਤੇ ਜੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਮਹਾਮਾਰੀ ਕਰਕੇ ਪ੍ਰਭੂ ਜੀ ਪਰੇਸ਼ਾਨ ਨੇ। ਪ੍ਰਭੂ ਜੀ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ, ਚਾਹੇ ਮਾਨਸਿਕ ਪ੍ਰੋਬਲਮ ਹੈ, ਚਾਹੇ ਸਪਿਰਚੁਅਲ ਪ੍ਰੋਬਲਮ ਹੈ, ਚਾਹੇ ਕਈਆਂ ਦੇ ਅਜ਼ੀਜ਼ ਜਿਹੜੇ ਨੇ ਉਹਨਾਂ ਨੂੰ ਅਲਵਿਦਾ ਕਹਿ ਕੇ ਚਲੇ ਗਏ। ਅਸੀਂ ਇੱਕ ਮਨ ਹੋ ਕੇ ਪਿਤਾ ਪਰਮੇਸ਼ਵਰ, ਤੇਰੇ ਬੇਟੇ ਯਿਸੂ ਦੇ ਨਾਂ ਦੇ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਲਈ ਜੋ ਤੂੰ ਸ਼ਾਂਤੀ ਦਾਤਾ ਹਾਂ। ਪਿਤਾ ਪਰਮੇਸ਼ਵਰ, ਸਾਰੀ ਦੁਨੀਆ ਦਾ ਤੂੰ ਮਾਲਕ ਹੈ ਪਿਤਾ, ਤੂੰ ਹੀ ਰਹਿਮ ਕਰ, ਦਇਆ ਕਰ ਔਰ ਉਹਨਾਂ ਨੂੰ ਤਸੱਲੀ ਦੇ, ਸ਼ਾਂਤੀ ਦੇ, ਔਰ ਇਸ ਮਹਾਮਾਰੀ ਤੋਂ ਤੂੰ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆ। ਪਿਤਾ ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ तमाम ਡਾਕਟਰਸ ਦੇ ਵਾਸਤੇ, ਨਰਸਿਸ ਦੇ ਵਾਸਤੇ, ਪੈਰਾਮੈਡੀਕਲ ਸਟਾਫ ਦੇ ਵਾਸਤੇ, ਪ੍ਰਭੂ ਜੀ ਸੈਨੇਟਰੀ ਸਟਾਫ ਦੇ ਵਾਸਤੇ, ਡਰਾਈਵਰਸ ਦੇ ਵਾਸਤੇ, ਪੂਰੀ ਐਡਮਿਨਿਸਟ੍ਰੇਸ਼ਨ ਦੇ ਵਾਸਤੇ, ਔਰ ਜੋ ਵੀ ਸੋਸ਼ਲ ਏਜੰਸੀਜ਼ ਪ੍ਰਭੂ ਜੀ ਇਸ ਕੋਵਿਡ-19 ਦੇ ਕਰਕੇ ਆਪਣੇ ਕਾਰਿਆ ਕਰ ਰਹੇ ਨੇ, ਤਾਂ ਜੋ ਕਿ ਤੇਰੀ ਬਣਾਈ ਹੋਈ ਜੋ ਸ੍ਰਿਸ਼ਟੀ ਹੈ, ਤੇਰੇ ਬਣਾਏ ਹੋਏ ਲੋਕ ਨੇ, ਇਸ ਵਿੱਚੋਂ ਬਾਹਰ ਨਿਕਲਣ। ਉਹਨਾਂ ਨੂੰ ਅਸੀਂ ਤੇਰੀ ਕਿਰਪਾ ਦੇ ਹੱਥ ਵਿੱਚ ਦਿੰਦੇ ਹੋਏ ਤੇਰਾ ਰਹਿਮ ਮੰਗਦੇ ਹਾਂ। ਇੱਕ ਇੱਕ ਨੂੰ ਤੂੰ ਬਰਕਤ ਦੇਣਾ। ਪ੍ਰਭੂ ਯਿਸੂ ਦੇ ਪੁੱਤਰ ਨਾਂ 'ਚ ਇਸ ਦੁਆ ਨੂੰ ਅਸੀਂ ਮੰਗ ਲੈਂਦੇ ਹਾਂ। ਆਮੀਨ। ਆਮੀਨ। ਮੇਰੇ ਅਜ਼ੀਜ਼, ਉਮੀਦ ਹੈ ਕਿ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਅਗਰ ਆਪਣੀ ਰਾਏ ਨਾਲ ਸਾਨੂੰ ਆਗਾਹ ਕਰੋਗੇ ਤੇ ਸਾਨੂੰ ਬੜੀ ਖੁਸ਼ੀ ਹੋਏਗੀ, ਤਾਂ ਕਿ ਅਸੀਂ ਹੋਰ ਮਜ਼ੀਦ ਬਿਹਤਰ ਇਸ ਪ੍ਰੋਗਰਾਮ ਨੂੰ ਬਣਾ ਸਕੀਏ। ਸੋ ਤੁਹਾਡੇ ਵਿਚਾਰ ਜਿਹੜੇ ਨੇ ਉਹ ਸਾਡੇ ਲਈ ਬਹੁਤ ਵੱਡੀ ਹੈਸੀਅਤ ਰੱਖਦੇ ਨੇ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਖ਼ਤਮ ਕਰਨੇ ਆ ਔਰ ਫਿਰ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਮਿਲਾਂਗੇ। ਸੋ ਸਾਡੇ ਸਾਰਿਆਂ ਨੂੰ ਰੱਬ ਰੱਬ ਰੱਖਾ।